ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 118 ਦੇ ਉੱਪਰ ਸੁਭਾਏਮਾਨ ਹੈ। ਇਹ 8 ਪਦਿਆਂ ਵਾਲਾ ਪਾਵਨ ਸ਼ਬਦ, ਜਿਸ ਦੇ ਪਹਿਲੇ 4 ਪਦਿਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ ਔਰ 5ਵੇਂ ਪਦੇ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਹੈ, ਸਮਝ ਕੇ ਚੱਲਣ ਦਾ ਯਤਨ ਕਰੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਤੋਂ ਵਾਰੇ ਬਲਿਹਾਰੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਅੰਮ੍ਰਿਤਮਈ ਬਾਣੀ ਨੂੰ ਵਸਾ ਲਿਆ। ਆਤਮਿਕ ਜੀਵਨ ਦੇਣ ਵਾਲੀ ਬਾਣੀ, ਜਿਸ ਬਾਣੀ ਦਾ ਅਭਿਆਸ ਕਰਕੇ ਸਾਨੂੰ ਆਤਮਿਕ ਜੀਵਨ ਮਿਲਦਾ ਹੈ, ਤੇ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਬਾਣੀ ਅੰਮ੍ਰਿਤਮਈ ਬਾਣੀ ਨੂੰ ਵਸਾਇਆ, ਇਹ ਜਿਹੜਾ ਅੰਮ੍ਰਿਤ ਰਸ ਦੇ ਨਾਲ ਭਰਪੂਰ ਪਰਮੇਸ਼ਵਰ ਦਾ ਨਾਮ ਹੈ, ਉਹਨਾਂ ਨੇ ਫਿਰ ਇਹਨੂੰ ਧਿਆਉਣਾ ਕੀਤਾ, ਜਾਂ ਪਰਮੇਸ਼ਵਰ ਨੇ ਉਹਨਾਂ ਉੱਤੇ ਆਪਣੀ ਕਿਰਪਾ ਕੀਤੀ। ਉਹ ਫਿਰ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਵਰ ਦਾ ਨਾਮ ਹਰ ਵੇਲੇ ਧਿਆਉਂਦੇ ਹਨ। ਹਰ ਵੇਲੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਵਾਸਤੇ
ਪਹਿਲਾਂ ਸਾਨੂੰ ਬਾਣੀ ਨੂੰ, ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਪੈਣਾ ਹੈ, ਕਿਉਂਕਿ ਜਿਹਦੇ ਮਨ ਵਿੱਚ ਸ਼ਬਦ ਨਹੀਂ ਵਸਿਆ ਉਹ ਹਰ ਵੇਲੇ ਪਰਮੇਸ਼ਵਰ ਦਾ ਨਾਮ ਧਿਆ ਵੀ ਨਹੀਂ ਸਕਦਾ। ਜਿਨ੍ਹਾਂ ਦੇ ਮਨ ਵਿੱਚ ਅੰਮ੍ਰਿਤਮਈ ਬਾਣੀ ਵਸ ਗਈ, ਉਹ ਉੱਠਦਿਆਂ, ਬਹਿੰਦਿਆਂ, ਚੱਲਦਿਆਂ, ਫਿਰਦਿਆਂ ਹਰ ਵੇਲੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਹਨ। ਹੁਣ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪੰਜਵੇਂ ਪਦੇ ਵਿੱਚ ਕਿਰਪਾ ਕਰਦੇ। ਅਜਬ ਕੰਮ ਕਰਤੇ ਹਰ ਕੇਰੇ, ਹਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਕੰਮ ਨੇ ਉਹ ਅਜਬ ਨੇ। ਅਜਬ ਦਾ ਅਰਥ ਹੈ ਕਿ ਜੋ ਦੁਨੀਆ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਦਾ, ਉਹ ਪਰਮੇਸ਼ਵਰ ਦੇ ਰਾਹੀਂ ਹੁੰਦਾ ਹੈ। ਦੁਨੀਆ ਦੇ ਵਿੱਚ ਬੜੇ ਬੜੇ ਮਾਣ ਹੰਕਾਰ ਵਾਲੇ ਜੀਵ ਬੈਠੇ ਨੇ, ਜਿਹੜੇ ਕਹਿੰਦੇ ਕੋਈ ਐਸਾ ਕੰਮ ਨਹੀਂ ਜਿਹੜਾ ਸਾਡੇ ਤੋਂ ਨਾ ਹੋ ਸਕੇ। ਅਸੀਂ ਹਰ ਕੰਮ, ਹਰ ਕਾਰਜ ਕਰ ਸਕਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਵੱਡਾ ਕੰਮ ਹੈ ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਵਸਾਉਣਾ, ਤੇ ਇਹ ਮਾਲਕ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦਾ। ਠੀਕ ਹੈ, ਦੁਨਿਆਵੀ ਕੰਮ ਅਸੀਂ ਕਰ ਸਕਦੇ ਹਾਂ, ਪਰ ਜਿਹੜਾ ਸਾਡੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾਉਣਾ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ। ਮਨ ਵਿੱਚੋਂ ਦੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਇਹਨੂੰ ਕੱਢਣਾ ਸਾਡੇ ਵੱਸ ਦੀ ਗੱਲ ਨਹੀਂ। ਜੇ ਇਹ ਸਾਡੇ ਵੱਸ ਦੀ ਗੱਲ ਹੋਵੇ ਫਿਰ ਸਾਨੂੰ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਨਹੀਂ। ਜੇ ਸਾਨੂੰ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਹੈ, ਇਹਦਾ ਮਤਲਬ ਫਿਰ ਸਾਡੇ ਵੱਸ ਦੀ ਗੱਲ ਨਹੀਂ। ਜਦੋਂ ਅਸੀਂ ਤਪ ਕਰਨ ਵਾਲੇ ਤਪਸਵੀਆਂ ਨੂੰ ਵੇਖਦੇ ਹਾਂ, ਉਹ ਵੀ ਕਿਤੇ ਨਾ ਕਿਤੇ ਮਨ ਦੇ ਹੱਥੋਂ ਹਾਰੇ ਹੋਏ ਨਜ਼ਰ ਆਉਂਦੇ ਆ। ਜਦੋਂ ਅਸੀਂ ਰਿਸ਼ੀ ਮੁਨੀਆਂ ਵੱਲ ਵੇਖਦੇ ਹਾਂ, ਉਹ ਵੀ ਸਾਨੂੰ ਕਿਤੇ ਨਾ ਕਿਤੇ ਮਨ ਦੇ ਤਲ ਤੇ ਹਾਰੇ ਹੋਏ ਨਜ਼ਰ ਆਉਂਦੇ ਆ, ਕਿਉਂਕਿ ਮਨ ਨੂੰ ਉਹ ਵੀ ਕਾਬੂ ਨਾ ਕਰ ਸਕੇ। ਮਨ ਵਿੱਚੋਂ ਵਾਸ਼ਨਾਵਾਂ ਉਹ ਵੀ ਮਿਟਾ ਨਾ ਸਕੇ। ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਉਹ ਵੀ ਖਤਮ ਨਹੀਂ ਕਰ ਸਕੇ। ਜਿੰਨਾ ਚਿਰ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੋਏਗੀ, ਸਾਡੇ ਮਨ ਵਿੱਚੋਂ ਵਾਸ਼ਨਾਵਾਂ ਮੁੱਕ ਨਹੀਂ ਸਕਦੀਆਂ। ਜਿੰਨਾ ਚਿਰ ਵਾਹਿਗੁਰੂ ਜੀ ਦੀ ਮਿਹਰ ਨਹੀਂ ਹੋਏਗੀ, ਉਨਾ ਚਿਰ ਸਾਡੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹ ਨਿਕਲ ਹੀ ਨਹੀਂ ਸਕਦੇ। ਇਸੇ ਲਈ ਅਸੀਂ ਇਹ ਪਹਿਲਾਂ ਮੰਨਣਾ ਹੈ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਅਸੀਂ ਤੇ ਐਵੇਂ ਹੰਕਾਰ ਦੀਆਂ ਉਡਾਰੀਆਂ ਮਾਰ ਰਹੇ ਹਾਂ। ਸੰਸਾਰਕ ਤਲ ਤੇ, ਮਾਇਆਵੀ ਤਲ ਤੇ ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਪਰ ਮਹਾਰਾਜ ਕਹਿੰਦੇ ਜਿਹੜਾ ਤੇਰੇ ਅੰਦਰ ਹੰਕਾਰ ਹੈ, ਆਪਣੇ ਮਨ ਨੂੰ ਉਸ ਹੰਕਾਰ ਤੋਂ ਨਿਮਰਤਾ ਵਾਲੇ ਪਾਸੇ ਤੂੰ ਆਪਣੇ ਆਪ ਨਹੀਂ ਲਿਆ ਸਕਦਾ। ਉੱਥੇ ਤੈਨੂੰ ਹੱਥ ਜੋੜ ਕੇ ਬੇਨਤੀ ਕਰਨੀ ਪੈਣੀ ਆ ਵੀ ਮਹਾਰਾਜ ਇੱਥੇ ਮੇਰਾ ਜ਼ੋਰ ਨਹੀਂ ਚੱਲਦਾ। ਮੈਂ ਦੁਨੀਆ ਉੱਤੇ, ਜੀਵਾਂ ਉੱਤੇ, ਆਪਣੇ ਤੋਂ ਕਮਜ਼ੋਰ ਉੱਤੇ ਆਪਣਾ ਪੂਰਾ ਜ਼ੋਰ ਮੈਂ ਚਲਾਉਣਾ, ਕਿਉਂਕਿ ਹਰ ਬੰਦਾ ਜਿਹਦੇ ਕੋਲ ਪਾਵਰ ਹੈ ਉਹ ਆਪਣੇ ਤੋਂ ਕਮਜ਼ੋਰ ਉੱਤੇ ਜ਼ੋਰ ਚਲਾਉਂਦਾ ਹੀ ਚਲਾਉਂਦਾ ਹੈ। ਪਰ ਮਾਲਕ ਜੀ ਮੇਰਾ, ਮੇਰੇ ਮਨ ਉੱਤੇ ਹੀ ਜ਼ੋਰ ਨਹੀਂ ਚੱਲਦਾ ਕਿ ਮੈਂ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕਰ ਸਕਾਂ, ਮੈਂ ਆਪਣੇ ਮਨ ਵਿੱਚੋਂ ਵਾਸ਼ਨਾਵਾਂ ਨੂੰ ਮਿਟਾ ਸਕਾਂ,
ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਤੁਹਾਡੇ ਅੱਗੇ ਅਰਦਾਸ ਹੈ। ਇਹ ਉਹ ਅਰਦਾਸ ਕਰੇਗਾ ਜਿਹਨੂੰ ਸਮਝ ਆ ਗਈ। ਬੜੇ ਬੜੇ ਤਪਸਵੀ ਫੇਲ ਹੋ ਗਏ, ਬੜੇ ਬੜੇ ਜਪ ਤਪ ਕਰਨ ਵਾਲੇ ਫੇਲ ਹੋ ਗਏ, ਮਨ ਦੇ ਤਲ ਤੇ ਹਾਰ ਗਏ। ਇਸ ਲਈ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ, ਤੁਸੀਂ ਗੁਰੂ ਚਰਨਾਂ 'ਚ ਅਰਦਾਸ ਕਰੋ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹਦਾ ਮਤਲਬ ਸਾਡੇ ਕੋਲ ਇੰਨੀ ਪਾਵਰ ਨਹੀਂ ਕਿ ਅਸੀਂ ਆਪਣੇ ਮਨ ਨੂੰ ਕਾਮ ਕ੍ਰੋਧ ਲੋਭ ਝੂਠ ਨਿੰਦਾ ਤੋਂ ਛਡਵਾ ਸਕੀਏ। ਅਸੀਂ ਸਰੀਰ ਕਰਕੇ ਜਿੰਨੇ ਮਰਜ਼ੀ ਬਹਾਦਰ ਹੋਵਾਂਗੇ, ਸੂਰਮੇ ਹੋਵਾਂਗੇ, ਸਰੀਰ ਕਰਕੇ ਅਸੀਂ ਭਾਵੇਂ ਜਿੰਨੇ ਮਰਜ਼ੀ ਯੋਧੇ ਹੋਵਾਂਗੇ, ਪਰ ਸਾਡੇ ਕੋਲ ਇੰਨੀ ਪਾਵਰ ਨਹੀਂ ਕਿ ਅਸੀਂ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਿਟਾ ਸਕੀਏ। ਉਹਦੇ ਲਈ ਸਾਨੂੰ ਬੇਨਤੀ ਕਰਨੀ ਪਏਗੀ ਵੀ ਗੁਰਦੇਵ ਸੱਚੇ ਪਾਤਸ਼ਾਹ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਇੱਥੇ ਸਾਡਾ ਜ਼ੋਰ ਨਹੀਂ ਚੱਲਦਾ, ਇਸ ਲਈ ਕਿਰਪਾ ਕਰੋ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇਸ ਲਈ ਮਹਾਰਾਜ ਨੇ ਸਾਨੂੰ ਪਹਿਲਾਂ ਬਾਹਰੋਂ ਸੂਰਮਾ ਨਹੀਂ ਬਣਾਇਆ। ਮਹਾਰਾਜ ਕਹਿੰਦੇ ਮੈਂ ਇਕੱਲੇ ਤਨ ਦਾ ਯੋਧਾ ਨਹੀਂ ਬਣਾਇਆ। ਯੋਧਾ ਬਣਨ ਵਾਸਤੇ ਸਾਹਿਬ ਕਹਿੰਦੇ ਪਹਿਲਾਂ ਤੈਨੂੰ ਮਨ ਕਰਕੇ ਸੂਰਮਾ ਬਣਨਾ ਪੈਣਾ। ਜੇ ਤੂੰ ਮਨ ਕਰਕੇ ਯੋਧਾ ਹੈ, ਫਿਰ ਤੂੰ ਤਨ ਕਰਕੇ ਵੀ ਕਾਮਯਾਬ ਹੈ। ਫਿਰ ਤਨ ਕਰਕੇ ਜਿੰਨੇ ਮਰਜ਼ੀ ਤਸੀਹੇ ਵੀ ਤੈਨੂੰ ਦਿੱਤੇ ਜਾਣ, ਤੂੰ ਡੋਲੇਗਾ ਨਹੀਂ। ਪਹਿਲਾਂ ਸਾਨੂੰ ਮਹਾਰਾਜ ਨੇ ਅੰਦਰੋਂ ਨਾਮ ਦਾ ਰੰਗ ਲਾਇਆ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਨੇ ਅੰਦਰ ਨਾਮ ਦਾ ਰੰਗ ਲੱਗਾ ਤੇ ਉਹ ਮਾਲਕ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਮਨ ਸਾਡਾ ਜਿਹੜਾ ਇਹ ਭਟਕਦਾ ਹੈ, ਪਰ ਇੱਕ ਵਾਹਿਗੁਰੂ ਪਰਮੇਸ਼ਵਰ ਹੈ ਜਿਹੜਾ ਸਾਡੇ ਮਨ ਨੂੰ ਮੋੜ ਸਕਦਾ ਹੈ, ਜਿਹੜਾ ਸਾਡੇ ਮਨ ਦੀ ਹਾਲਤ ਨੂੰ ਬਦਲ ਸਕਦਾ ਹੈ, ਜਿਹੜਾ ਸਾਡੀ ਸੋਚ ਨੂੰ ਬਦਲ ਸਕਦਾ ਹੈ। ਇਸੇ ਲਈ ਕਹਿੰਦੇ ਆ ਕਿ ਮਾਲਕ ਜੀ ਦੇ ਜਿਹੜੇ ਕੰਮ ਨੇ ਉਹ ਅਜਬ ਨੇ, ਵੀ ਜਿਹੜਾ ਕੰਮ ਦੁਨੀਆ ਵਿੱਚ ਕੋਈ ਵੀ ਨਹੀਂ ਕਰ ਸਕਦਾ ਉਹ ਪਰਮੇਸ਼ਵਰ ਦੇ ਰਾਹੀਂ ਹੁੰਦਾ ਹੈ। ਤੇ ਜਿਹੜਾ ਕੰਮ ਪਰਮੇਸ਼ਵਰ ਨੇ ਕਰਨਾ ਹੈ, ਧਿਆਨ ਰੱਖਿਓ, ਦੁਨੀਆ ਵਿੱਚ ਕੋਈ ਵੀ ਨਹੀਂ ਕਰ ਸਕਦਾ। ਬਹੁਤ ਨੇ ਇੱਥੇ ਵਿਚਾਰਾਂ ਜਿਹੜੀਆਂ ਸਮਝਣ ਵਾਸਤੇ। ਠੀਕ ਹੈ, ਅੱਜ ਵਿਗਿਆਨ ਹੈ, ਵਿਗਿਆਨਕ ਤਲ ਤੇ ਅਸੀਂ ਅੱਜ ਜੀ ਰਹੇ ਹਾਂ। ਸਾਨੂੰ ਵਿਗਿਆਨ ਦੀ ਬਾਹਰੋਂ ਬੜੀ ਜ਼ਰੂਰਤ ਹੈ। ਅਸੀਂ ਉਸ ਤਲ ਤੇ ਬਹੁਤ ਕੁਝ ਸਿੱਖਿਆ ਵੀ ਹੈ, ਸਾਨੂੰ ਬਹੁਤ ਗਿਆਨ ਵੀ ਮਿਲਿਆ, ਪਰ ਅੱਜ ਵੀ ਵਿਗਿਆਨ ਭਾਵੇਂ ਸਿਖਰਾਂ ਤੇ ਹੋਵੇ, ਪਰ ਬ੍ਰਹਮ ਗਿਆਨ ਦੇ ਅੱਗੇ ਵਿਗਿਆਨ ਵੀ ਫੇਲ ਪੈ ਜਾਂਦਾ ਹੈ। ਇੱਕ ਉਦਾਹਰਨ ਪਿਛਲੇ ਦਿਨੀ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਦੀ ਆਪ ਜੀ ਨੂੰ ਦਿੱਤੀ ਸੀ ਕਿ ਜਿਹਦੇ ਅੱਗੇ ਵਿਗਿਆਨ ਵੀ ਫੇਲ ਹੋ ਜਾਂਦਾ ਹੈ। ਅੱਜ ਇੰਨੀ ਕੁ ਤਰੱਕੀ ਕੀਤੀ ਹੈ ਕਿ ਅਸੀਂ ਆਪਣੇ ਸਰੀਰ ਦੀ ਹੱਡੀ ਵੀ ਟੁੱਟ ਜਾਏ, ਦੋ ਫਾੜ ਹੋ ਜਾਏ, ਤਾਂ ਉਹਨੂੰ ਦੁਬਾਰਾ ਜੋੜਿਆ ਜਾ ਸਕਦਾ ਹੈ। ਕੁਝ ਸਮੇਂ ਬਾਅਦ ਪਤਾ ਹੀ ਨਹੀਂ ਲੱਗਦਾ ਵੀ ਇਹ ਹੱਡੀ ਟੁੱਟੀ ਵੀ ਸੀ ਕਿ ਨਹੀਂ, ਇੰਨੀਆਂ ਤਰੱਕੀਆਂ ਹੋ ਚੁੱਕੀਆਂ। ਪਰ ਅੱਜ ਵੀ ਟੁੱਟਿਆ ਹੋਇਆ ਫਲ, ਜਿਹੜਾ ਦਰਖਤ ਨਾਲੋਂ ਫਲ ਟੁੱਟ ਗਿਆ ਨਾ, ਅੱਜ ਵੀ ਸਾਡੇ ਕੋਲ ਕੋਈ ਐਸੀ ਤਕਨੀਕ ਨਹੀਂ, ਕੋਈ ਐਸਾ ਮਿਸ਼ਰਣ ਨਹੀਂ ਜਿਹਦੇ ਨਾਲ ਉਸ ਟੁੱਟੇ ਹੋਏ ਫਲ ਨੂੰ ਦੁਬਾਰਾ ਜੋੜਿਆ ਜਾ ਸਕੇ। ਇਸ ਲਈ ਕਬੀਰ ਜੀ ਨੇ ਆਖਿਆ ਵੀ ਇਹ ਤਾਂ ਉਸ ਕਰਤੇ ਦੀ ਖੇਡ ਹੈ, ਤੇ ਉਹ ਕਰਤਾ ਹੀ ਕੁਝ ਕਲਾ ਵਰਤਾਵੇ ਤੇ ਹੋ ਸਕਦਾ, ਨਹੀਂ ਤਾਂ ਸਾਡੇ ਹੱਥ ਵੱਸ ਦੀ ਗੱਲ ਨਹੀਂ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ,
ਜਿਉਂ ਬਨ ਫਲ ਪਾਕੈ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਕਬੀਰ ਜੀ ਕਹਿੰਦੇ ਦੁਬਾਰਾ ਉਹ ਡਾਲੀ ਨਾਲ ਨਹੀਂ ਲੱਗ ਸਕਦਾ। ਤੇ ਦੁਨੀਆ ਵਿੱਚ ਜਿੰਨਾ ਮਰਜ਼ੀ ਵਿਗਿਆਨ ਹੋਵੇ, ਅਸੀਂ ਉਸ ਟੁੱਟੇ ਹੋਏ ਫਲ ਨੂੰ ਜੋੜ ਨਹੀਂ ਸਕਦੇ ਹਾਂ। ਇਸ ਲਈ ਜਿਹੜੇ ਕੰਮ ਸਾਡੇ ਕੋਲੋਂ ਨਹੀਂ ਹੋ ਸਕਦੇ ਆ, ਅਸੀਂ ਜਿੰਨੇ ਮਰਜ਼ੀ ਚੋਟੀ ਦੇ ਵਿਦਵਾਨ ਹੋ ਜਾਈਏ, ਫਿਲਾਸਫਰ ਹੋ ਜਾਈਏ, ਅੱਜ ਆਪਣੇ ਆਪ ਨੂੰ ਚੋਟੀ ਦੇ ਜੋਤਸ਼ੀ ਕਹਾਉਣ ਵਾਲੇ ਬੈਠੇ ਆ, ਜੋ ਜੋਤਿਸ਼ ਵਿਦਿਆ ਰਾਹੀਂ ਸਾਨੂੰ ਸਾਡਾ ਭਵਿੱਖ ਦਿਖਾਉਂਦੇ ਆ। ਜਿਹੜਾ ਸਮਾਂ ਹਜੇ ਆਇਆ ਹੀ ਨਹੀਂ ਹੈ, ਉਸ ਆਉਣ ਵਾਲੇ ਸਮੇਂ ਦੀਆਂ ਗੱਲਾਂ ਸਾਡੇ ਨਾਲ ਕਰਦੇ ਆ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਗਲੇ ਸਮੇਂ ਵਿੱਚ ਪਰਮੇਸ਼ਵਰ ਨੇ ਕੀ ਖੇਡ ਵਰਤਾਉਣੀ ਹੈ। ਜਦੋਂ ਕੁਦਰਤੀ ਕੋਈ ਆਫਤ ਆਉਂਦੀ ਹੈ ਤੇ ਉਸ ਕੁਦਰਤੀ ਆਫਤ ਦਾ ਪਤਾ ਹੀ ਨਹੀਂ ਹੁੰਦਾ। ਹਾਲਾਂਕਿ ਦੁਨੀਆ ਭਰ ਵਿੱਚ ਬੜੇ ਚੋਟੀ ਦੇ ਵਿੱਚ ਜੋਤਸ਼ੀ ਬੈਠੇ ਆ, ਇਹ ਪਹਿਲਾਂ ਅਲਰਟ ਕਿਉਂ ਨਹੀਂ ਕਰ ਦਿੰਦੇ ਕਿ ਅੱਜ ਤੁਸੀਂ ਇਸ ਪਾਸੇ ਨੂੰ ਨਾ ਜਾਇਓ, ਕਿਉਂਕਿ ਆਹ ਘਟਨਾ ਵਾਪਰਨ ਵਾਲੀ ਹੈ, ਫਿਰ ਕਦੇ ਕਿਸੇ ਦਾ ਨੁਕਸਾਨ ਹੋਵੇ ਹੀ ਨਾ, ਕਦੇ ਕਿਸੇ ਨੂੰ ਦਾ ਕੋਈ ਨੁਕਸਾਨ, ਕੋਈ ਜਾਨੀ ਮਾਨੀ ਨੁਕਸਾਨ ਹੋਵੇ ਹੀ ਨਾ। ਇਹ ਸਿਰਫ ਆਪਣੇ ਆਪਣੇ ਅੰਦਾਜ਼ੇ ਲਾਏ ਜਾ ਰਹੇ ਆ, ਪਰ ਜਿਹੜਾ ਕੰਮ ਉਸ ਮਾਲਕ ਨੇ ਕਰਨਾ ਨਾ ਉਹ ਸਾਡੀ ਸੋਚ ਵਿੱਚ ਹੈ। ਇਹ ਤੇ ਪਤਾ ਉਦੋਂ ਲੱਗਦਾ ਜਦੋਂ ਉਸ ਮਾਲਕ ਨੇ ਆਪਣੀ ਕਲਾ ਨੂੰ ਵਰਤਾਉਣਾ ਹੈ। ਉਹ ਸਾਡੇ ਮਨਾਂ ਦੀ ਵਿਚਾਰ ਨੂੰ ਜਾਣਦਾ ਹੈ, ਪਰ ਉਸ ਮਾਲਕ ਦਾ ਅਗਲਾ ਹੁਕਮ ਸਾਡੇ ਲਈ ਕੀ ਹੋਣਾ ਹੈ ਅਸੀਂ ਨਹੀਂ ਜਾਣਦੇ ਹਾਂ। ਇਸ ਲਈ ਗੁਰੂ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਅਜਬ ਕੰਮ ਕਰਤੇ ਹਰ ਕੇਰੇ। ਹਰੀ ਦੇ ਜਿਹੜੇ ਕੰਮ ਨੇ ਉਹ ਅਜਬ ਨੇ, ਹੈਰਾਨ ਕਰ ਦੇਣ ਵਾਲੇ ਨੇ। ਇਹ ਮਨ ਭੂਲਾ ਜਾਂਦਾ ਫੇਰੇ। ਇਹ ਮਨ ਭੁੱਲਿਆ ਹੋਇਆ ਜਿਸ ਰਾਹ ਤੁਰਿਆ ਜਾਂਦਾ ਹੈ, ਜੇ ਉਸ ਰਾਹ ਤੋਂ ਕੋਈ ਮਨ ਨੂੰ ਮੋੜ ਕੇ ਲਿਆ ਸਕਦਾ ਹੈ ਤੇ ਉਹ ਪਰਮੇਸ਼ਵਰ ਵਾਹਿਗੁਰੂ ਹੈ। ਹੋਰ ਕੋਈ ਵੀ ਨਹੀਂ ਸੰਸਾਰ ਦੇ ਅੰਦਰ ਜਿਹੜਾ ਸਾਡੇ ਭੁੱਲੇ ਹੋਏ ਮਨ ਨੂੰ ਸਮਝਾ ਕੇ ਤੇ ਉਹਨੂੰ ਦੁਬਾਰਾ ਮੋੜ ਕੇ ਲਿਆਵੇ। ਪਰਮੇਸ਼ਵਰ ਨੇ ਗੁਰਬਾਣੀ ਦਾ ਆਸਰਾ ਇਸੇ ਲਈ ਦਿੱਤਾ ਹੈ ਕਿ ਇੱਕ ਗੁਰਬਾਣੀ ਅੰਮ੍ਰਿਤ ਬਾਣੀ ਹੈ ਜੋ ਤੁਹਾਡੇ ਮਨ ਨੂੰ ਫੇਰ ਸਕਦੀ ਹੈ, ਭਾਵ ਜਿਸ ਰਾਹ ਤੁਰਿਆ ਉਸ ਰਾਹ ਤੋਂ ਮੋੜ ਸਕਦੀ ਹੈ। ਉਹ ਕੇਵਲ ਤੇ ਕੇਵਲ ਰੱਬੀ ਬਾਣੀ ਹੈ। ਉਹ ਪਰਮੇਸ਼ਵਰ ਦਾ ਸੱਚਾ ਨਾਮ ਹੈ, ਜਿਹਦਾ ਅਭਿਆਸ ਕੀਤਿਆਂ ਜਾਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਿਆਂ ਇਹ ਮਨ ਨੂੰ ਸਮਝਾ ਕੇ ਮੋੜਿਆ ਜਾ ਸਕਦਾ ਹੈ। ਕਿਉਂਕਿ ਮਨ ਆਪਣੇ ਰਸਤੇ ਤੋਂ ਖੁੰਝ ਗਿਆ, ਤੇ ਜਿਹੜਾ ਆਪਣੇ ਰਸਤੇ ਤੋਂ ਖੁੰਝ ਗਿਆ ਉਹ ਆਪਣਾ ਮਕਸਦ ਭੁੱਲ ਗਿਆ ਵੀ ਮੈਂ ਜਾਣਾ ਕਿਹੜੇ ਪਾਸੇ ਆ, ਮੇਰੀ ਮੰਜ਼ਿਲ ਕਿਹੜੀ ਹੈ। ਜਿਹੜਾ ਕੁਰਾਹੇ ਪੈ ਗਿਆ ਉਹ ਆਪਣੇ ਰਾਹ ਤੋਂ ਭਟਕ ਗਿਆ। ਇਹ ਮਨ ਨੂੰ ਭੁਲਾਇਆ ਕਿਨੇ ਹੈ? ਤ੍ਰੈ ਗੁਣੀ ਮਾਇਆ ਨੇ। ਭੁੱਲਾ ਮਨ ਮਾਇਆ ਉਰਝਾਇਓ। ਮਨ ਭੁੱਲ ਗਿਆ ਤੇ ਮਾਇਆ ਨੇ ਉਲਝਾ ਲਿਆ। ਹੁਣ ਇਸ ਤ੍ਰੈ ਗੁਣੀ ਮਾਇਆ ਦੇ ਜੰਜਾਲ ਵਿੱਚੋਂ ਜੇ ਕੋਈ ਕੱਢ ਸਕਦਾ ਹੈ ਤੇ ਉਹ ਕੇਵਲ ਪਰਮੇਸ਼ਵਰ ਵਾਹਿਗੁਰੂ ਹੈ। ਇਹ ਮਨ ਭੁੱਲਾ ਜਾਂਦਾ ਫੇਰੇ। ਇਹ ਜਿਹੜਾ ਭਟਕਦਾ ਮਨ ਹੈ, ਇਹਨੂੰ ਦੁਬਾਰਾ ਮੋੜ ਕੇ ਕੇਵਲ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਲਿਆ ਸਕਦਾ ਹੈ। ਅੰਮ੍ਰਿਤ ਬਾਣੀ ਸਿਉ ਚਿਤ ਲਾਏ। ਇਸ ਲਈ ਜਿਨ੍ਹਾਂ ਨੇ ਅੰਮ੍ਰਿਤਮਈ ਬਾਣੀ ਨਾਲ, ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਨਾਲ ਆਪਣਾ ਚਿੱਤ ਲਾ ਲਿਆ, ਅੰਮ੍ਰਿਤ ਸ਼ਬਦ ਵਜਾਵਣਿਆ, ਉਹਦੇ ਅੰਦਰ ਫਿਰ ਸ਼ਬਦ ਦੀ ਧੁਨ ਵੱਜਦੀ ਹੈ, ਉਹਦੇ ਅੰਦਰ ਫਿਰ ਸ਼ਬਦ ਦਾ ਕੀਰਤਨ ਹੁੰਦਾ ਹੈ, ਉਹਦੇ ਅੰਦਰ ਫਿਰ ਸ਼ਬਦ ਦਾ ਸਾਜ਼ ਵੱਜਦਾ ਹੈ।
ਉਹਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਸ਼ਬਦ ਉਹਦੇ ਅੰਦਰ ਹਰ ਵੇਲੇ ਚੱਲਦਾ ਹੈ। ਕਿਹਦੇ ਅੰਦਰ? ਜਿਹਨੇ ਅੰਮ੍ਰਿਤ ਬਾਣੀ ਦੇ ਨਾਲ ਆਪਣਾ ਚਿੱਤ ਲਾ ਲਿਆ। ਚਿੱਤ ਜਿਹੜਾ ਹੈ ਇਹਨੂੰ ਹਰ ਵੇਲੇ ਚੇਤੇ ਹੈ। ਮਨ ਭੁੱਲਿਆ ਹੋਇਆ ਹੈ, ਮਨ ਨੂੰ ਚੇਤੇ ਕਰਾਉਣ ਦੀ ਲੋੜ ਹੈ, ਕਿਉਂਕਿ ਜਿਹੜਾ ਭੁੱਲਿਆ ਹੋਵੇ ਉਹਨੂੰ ਚੇਤੇ ਕਰਾਉਣਾ ਪੈਂਦਾ। ਜਿਹਨੂੰ ਚੇਤੇ ਹੈ ਉਹਨੂੰ ਚੇਤਾ ਕਰਾਉਣ ਦੀ ਲੋੜ ਨਹੀਂ। ਕਈ ਵਾਰ ਕਿਸੇ ਬੰਦੇ ਨੂੰ ਅਸੀਂ ਕੋਈ ਗੱਲ ਚੇਤੇ ਕਰਾਈਏ ਨਾ, ਤੇ ਹੁਣ ਜਿਹਨੂੰ ਚੇਤੇ ਆ ਉਹਨੇ ਕਹਿਣਾ ਵੀ ਮੈਨੂੰ ਯਾਦ ਹੈ, ਮੈਨੂੰ ਚੇਤੇ ਹੈ। ਤੇ ਜਿਹੜਾ ਭੁੱਲਿਆ ਹੋਵੇ ਉਹਨੂੰ ਚੇਤੇ ਕਰਾਈਏ ਤੇ ਉਹ ਕਹਿੰਦਾ ਤੇਰਾ ਧੰਨਵਾਦ, ਮੈਂ ਤੇ ਭੁੱਲਿਆ ਬੈਠਾ ਸੀ, ਤੂੰ ਮੈਨੂੰ ਚੇਤੇ ਕਰਵਾਤਾ। ਸਾਡਾ ਮਨ ਭੁੱਲਿਆ ਪਿਆ ਹੈ ਕਿ ਇਸ ਮਨ ਦੀ ਹੋਂਦ ਕਿਉਂ ਹੈ, ਕਿਹਦੇ ਤੋਂ ਹੈ, ਔਰ ਜਿਹਦੇ ਤੋਂ ਇਹਦੀ ਹੋਂਦ ਹੈ ਇਹ ਉਸਨੇ ਇਸ ਮਨ ਨੂੰ ਕਾਹਦੇ ਵਾਸਤੇ, ਇਹ ਸਰੀਰ ਦੇ ਨਾਲ ਜਿਹੜੀ ਇਹਦੀ ਅਟੈਚਮੈਂਟ ਹੈ ਉਹ ਕਾਹਦੇ ਵਾਸਤੇ ਹੈ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਦਾ ਸਰੂਪ ਹੈ। ਤੇਰੀ ਅਟੈਚਮੈਂਟ ਉਸ ਜੋਤ ਨਾਲ, ਆਤਮਿਕ ਜੋਤ ਨਾਲ ਹੋਣੀ ਚਾਹੀਦੀ ਹੈ। ਪਰ ਹੋਇਆ ਕਿ ਮਨ ਚਲਦਾ ਚਲਦਾ ਰਾਹ ਤੋਂ ਭਟਕ ਕੇ ਕੁਰਾਹੇ ਪੈ ਗਿਆ, ਇਹਦੀ ਸਾਂਝ ਸਰੀਰ ਨਾਲ ਬਣ ਗਈ। ਹੁਣ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲੱਗਾ ਹੋਇਆ, ਸਰੀਰ ਦੀਆਂ ਲੋੜਾਂ ਪੂਰਾ ਕਰਨ ਵਿੱਚ ਲੱਗਾ ਹੋਇਆ, ਔਰ ਮਨ ਨੂੰ ਕੇਵਲ ਸਰੀਰ ਦੇ ਦੁੱਖ ਦਰਦ ਦਾ ਹੀ ਪਤਾ ਹੈ। ਸਰੀਰ ਨੂੰ ਕੀ ਚਾਹੀਦਾ ਹੈ, ਅੱਖਾਂ ਨੂੰ ਕੀ ਚਾਹੀਦਾ ਹੈ, ਕੰਨਾਂ ਨੂੰ ਕੀ ਚਾਹੀਦਾ ਹੈ, ਰਸਨਾ ਨੂੰ ਕੀ ਚਾਹੀਦਾ ਹੈ, ਇਹ ਸਿਰਫ ਇਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲੱਗਾ, ਤੇ ਸਰੀਰ ਦੇ ਦੁੱਖ ਸੁੱਖ ਦਾ ਹੀ ਇਹਨੂੰ ਪਤਾ ਹੈ। ਜਿਹਦਾ ਇਹ ਸਰੂਪ ਹੈ ਉਹਦੇ ਤੋਂ ਇਹ ਕਹਿੰਦੇ ਰਾਹ ਤੋਂ ਭਟਕ ਕੇ ਕੁਰਾਏ ਜਦੋਂ ਪੈ ਗਿਆ, ਇਹ ਆਪਣਾ ਮੂਲ ਭੁੱਲ ਗਿਆ। ਹੁਣ ਜਦੋਂ ਆਪਣਾ ਮੂਲ ਭੁੱਲ ਗਿਆ, ਉਹਦਾ ਜਿਹੜਾ ਦੁੱਖ ਦਰਦ ਸੀ ਇਹਨੂੰ ਹੁਣ ਸੁਣਾਈ ਨਹੀਂ ਦਿੰਦਾ। ਅਸੀਂ ਤਕਰੀਬਨ ਲਗਭਗ ਜਿਨ੍ਹਾਂ ਨੂੰ ਅੰਦਰ ਦੀ ਸੋਝੀ ਹੈ ਉਹ ਤੇ ਆਪਣੇ ਜੀਵ ਆਤਮਾ ਦੀ ਪੁਕਾਰ ਲੈ ਕੇ ਆਉਂਦੇ ਆ। ਜਿਨ੍ਹਾਂ ਨੂੰ ਅੰਦਰ ਦਾ ਗਿਆਨ, ਅੰਦਰ ਦੀ ਸੋਝੀ ਹੈ, ਜਾਂ ਜਿਨ੍ਹਾਂ ਦੇ ਮਨ ਨੂੰ ਸਮਝ ਆ ਗਈ, ਉਹ ਆਪਣੀ ਜੀਵ ਆਤਮਾ ਦਾ ਦੁੱਖੜਾ ਲੈ ਕੇ ਆਉਂਦੇ ਆ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਉਹ ਜਿਨ੍ਹਾਂ ਨੂੰ ਅੰਦਰ ਦੀ ਸੋਝੀ ਆ ਗਈ ਹੈ ਜੀਵ ਆਤਮਾ ਦੀ, ਮਨ ਨੂੰ, ਸਰੀਰ ਨੂੰ ਨਹੀਂ, ਮਨ ਕਰਕੇ ਜਿਹਨੂੰ ਸੋਝੀ ਆ ਗਈ ਹੈ, ਉਹ ਤਾਂ ਅੰਦਰ ਦੀ ਆਵਾਜ਼ ਸੁਣਦਾ ਹੈ ਕਿ ਅੰਦਰ ਦੀ ਜੀਵ ਇਸਤਰੀ ਕਹਿ ਰਹੀ ਹੈ, ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ, ਸੁਹਾਗਣ ਦਾ ਅਰਥ ਹੈ ਗੁਰਮੁਖ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਜਿਹਦੇ ਮਨ ਨੂੰ ਸਮਝ ਆਈ ਉਹ ਆਪਣੀ ਜੀਵ ਆਤਮਾ ਦੀ ਪੁਕਾਰ ਨੂੰ ਸੁਣਦਾ ਹੈ, ਤੇ ਉਹੀ ਪੁਕਾਰ ਆ ਕੇ ਫਿਰ ਇੱਥੇ ਕਰਦਾ ਹੈ। ਤੇ ਜਿਹਨੂੰ ਹਜੇ ਮਨ ਕਰਕੇ ਆਪਣੇ ਮੂਲ ਦੀ ਸਮਝ ਨਹੀਂ ਆਈ, ਉਹ ਕੇਵਲ ਤੇ ਕੇਵਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਹੀ ਅਰਦਾਸ ਕਰਦਾ ਹੈ ਕਿ ਮੈਨੂੰ ਸਰੀਰ ਕਰਕੇ ਆ ਦੁੱਖ ਹੈ, ਆ ਰੋਗ ਹੈ, ਆ ਤਕਲੀਫ ਹੈ, ਆ ਸਰੀਰ ਕਰਕੇ ਮੈਨੂੰ ਧਨ ਪਦਾਰਥ ਚਾਹੀਦੇ ਆ। ਉਹ ਕੇਵਲ ਬਾਹਰੀ ਅਰਦਾਸ ਹੀ ਕਰਦਾ ਹੈ। ਇਸ ਲਈ ਗੁਰਬਾਣੀ ਜਦੋਂ ਪੜ੍ਹ ਕੇ ਆਪਾਂ ਸਮਝਾਂਗੇ ਤੇ ਸਾਡਾ ਮਨ ਸਮਝ ਜਾਏਗਾ, ਫਿਰ ਇਹਨੂੰ ਆਪਣੇ ਮੂਲ ਦੀ ਪਛਾਣ ਹੋਏਗੀ, ਔਰ ਆਪਣੇ ਮੂਲ ਦੇ ਕਲਿਆਣ ਵਾਸਤੇ ਹੀ ਇਹ ਫਿਰ ਅਰਦਾਸ ਬੇਨਤੀ ਕਰੇਗਾ। ਇਸ ਲਈ ਮਹਾਰਾਜ ਕਹਿੰਦੇ ਆ ਵੀ ਜਿਹਨੇ ਹੁਣ ਮਨ ਭੁੱਲੇ, ਮਨ ਨੂੰ ਚੇਤੇ ਕਿਹਨੇ ਕਰਾਉਣਾ ਹੈ? ਚਿੱਤ ਨੇ। ਕਿਉਂਕਿ ਚਿੱਤ ਵਿੱਚ ਬਾਣੀ ਜਿਹਦੇ ਵਸ ਗਈ ਹੈ, ਉਹਦੇ ਅੰਦਰ ਚਿੱਤ ਵਿੱਚ ਹਰ ਵੇਲੇ ਸ਼ਬਦ ਚੱਲ ਰਿਹਾ ਹੈ। ਉਹ ਮਨ ਨੂੰ ਹਲੂਣਾ ਦੇ ਰਿਹਾ ਵੀ ਮਨਾ, ਜਿਹੜੇ ਰਾਹ ਤੂੰ ਪਿਆ ਹੋਇਆ ਉਸ ਰਾਹ ਤੋਂ ਵਾਪਸ ਮੁੜ ਆ, ਕਿਉਂਕਿ ਇਸ ਰਾਹ ਚੱਲਦਿਆਂ ਤੈਨੂੰ ਕੋਈ ਮੰਜ਼ਿਲ ਨਹੀਂ ਮਿਲਣੀ। ਇਹ ਰਾਹ ਤੇਰਾ ਖਤਮ ਹੀ ਕਦੇ ਨਹੀਂ ਹੋਣਾ। ਕਈ ਜਨਮ ਤੇਰੇ ਲੰਘ ਜਾਣਗੇ,
ਕਿਉਂਕਿ ਪਹਿਲਾਂ ਵੀ ਕਈ ਜਨਮ ਲੰਘ ਗਏ ਨੇ, ਹਜੇ ਤੱਕ ਮੁਕਾਮ ਨਹੀਂ ਤੇ ਨਹੀਂ ਪਹੁੰਚ ਪਾਏ। ਜੇ ਮੁਕਾਮ ਤੇ ਪਹੁੰਚੇ ਹੁੰਦੇ ਤੇ ਆ ਜਨਮ ਨਹੀਂ ਸੀ ਹੋਣਾ। ਜੇ ਇਸ ਜਨਮ ਵਿੱਚ ਆਪਾਂ ਆਏ ਆ, ਇਹਦਾ ਮਤਲਬ ਹਜੇ ਮੁਕਾਮ ਤੇ ਨਹੀਂ ਪਹੁੰਚੇ, ਮੰਜ਼ਲ ਤੇ ਨਹੀਂ ਪਹੁੰਚੇ ਆ। ਜੇ ਪਹੁੰਚੇ ਹੁੰਦੇ ਫਿਰ ਸਾਨੂੰ ਇਹ ਜਨਮ ਨਹੀਂ ਸੀ ਮਿਲਣਾ। ਇਸ ਲਈ ਜਿਹਨੂੰ ਸਮਝ ਆ ਗਈ ਹੈ ਉਹ ਤੇ ਅਰਦਾਸ ਇਹੀ ਕਰਦਾ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ ਕਹਿ ਰਵਿਦਾਸ, ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੈ। ਇਸ ਲਈ ਮਹਾਰਾਜ ਕਹਿੰਦੇ ਆ ਵੀ ਜਿਹਦੇ ਚਿੱਤ ਵਿੱਚ ਆਤਮਿਕ ਜੀਵਨ ਦੇਣ ਵਾਲੀ ਬਾਣੀ ਵਸ ਗਈ, ਉਹਦੇ ਅੰਦਰ ਫਿਰ ਸ਼ਬਦ ਦੀ ਧੁਨ ਹਰ ਵੇਲੇ ਚੱਲਦੀ ਹੈ। ਉਹਦੇ ਅੰਦਰ ਫਿਰ ਸ਼ਬਦ ਜਿਹੜਾ ਇਹਦਾ ਰਸ ਹਰ ਵੇਲੇ ਬਣਿਆ ਰਹਿੰਦਾ ਹੈ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਬਾਏ। ਖਰੇ ਪਰਖ ਖਜ਼ਾਨੇ ਪਾਹੇ, ਖੋਟੇ ਭਰਮ ਭੁਲਾਵਣਿਆ। ਛੇਵੇਂ ਪਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਹੜੇ ਦੁਨੀਆ ਵਿੱਚ ਦੋ ਪ੍ਰਕਾਰ ਦੇ ਜੀਵ ਨੇ, ਇੱਕ ਉਹ ਨੇ ਜਿਹੜੇ ਖੋਟੇ ਨੇ ਮਨ ਦੇ, ਔਰ ਇੱਕ ਉਹ ਨੇ ਜਿਹੜੇ ਖਰੇ ਨੇ। ਇੱਕ ਗੁਰਮੁਖ ਨੇ, ਇੱਕ ਮਨਮੁਖ ਨੇ, ਇੱਕ ਜਿਹੜੇ ਨੇ ਚੰਗੇ ਰਾਹ ਤੁਰਨ ਵਾਲੇ ਔਰ ਇੱਕ ਮਾੜੇ ਰਾਹ ਤੁਰਨ ਵਾਲੇ। ਇਹ ਦੋ ਪ੍ਰਕਾਰ ਦੇ ਜੀਵ ਨੇ, ਪਰ ਮਾਲਕ ਜੀ ਦੋਵਾਂ ਨੂੰ ਪੈਦਾ ਤੁਸੀਂ ਹੀ ਕੀਤਾ ਹੈ। ਦੋਵਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਹੈ ਪਰਮੇਸ਼ਵਰ, ਜਨਮਦਾਤਾ ਇੱਕੋ ਹੀ ਹੈ ਪਰਮੇਸ਼ਵਰ। ਹੁਣ ਧਿਆਨ ਰੱਖਿਓ, ਪਰਮੇਸ਼ਵਰ ਨੇ ਖੋਟੇ ਤੇ ਖਰੇ ਪੈਦਾ ਨਹੀਂ ਕੀਤੇ। ਪਰਮੇਸ਼ਵਰ ਨੇ ਸਾਰੇ ਹੀ ਜੀਵ ਪੈਦਾ ਕੀਤੇ ਨੇ। ਖੋਟੇ ਤੇ ਖਰੇ ਅਸੀਂ ਜਨਮ ਤੋਂ ਬਾਅਦ ਹੁੰਨੇ ਆ। ਜਿਵੇਂ ਜਿਵੇਂ ਮਾਇਆ ਦਾ ਪ੍ਰਭਾਵ ਸਾਡੇ ਮਨ ਤੇ ਪੈਂਦਾ ਹੈ, ਇਹ ਤੇ ਕੋਈ ਦੋ ਰਾਵਾਂ ਨਹੀਂ, ਪ੍ਰਭਾਵ ਤੇ ਅੱਖਾਂ ਖੁੱਲਦੀਆਂ ਹੀ ਪੈ ਗਿਆ। ਅੱਖਾਂ ਖੁੱਲਦੀਆਂ ਸਾਰ ਹੀ ਪ੍ਰਭਾਵ ਪੈ ਗਿਆ। ਹੁਣ ਤੇ ਐਸੇ ਐਸੇ ਬੱਚੇ ਜਨਮ ਲੈ ਰਹੇ ਆ, ਡਾਕਟਰ ਜਦੋਂ ਸਰਚ ਕਰਦੇ ਆ ਤੇ ਪਤਾ ਲੱਗਦਾ ਹੈ ਕਿ ਪ੍ਰਭਾਵ ਤੇ ਮਾਤਾ ਦੀ ਕੁੱਖ ਵਿੱਚ ਹੀ ਬੱਚੇ ਨੂੰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕੁੱਖ ਨੂੰ ਭਾਗ ਲੱਗ ਜਾਏ ਤੇ 8-9 ਮਹੀਨੇ ਦਾ ਸਮਾਂ ਜਿਹੜਾ ਹੁੰਦਾ ਹੈ, ਉਸ 9 ਮਹੀਨੇ ਦੇ ਸਮੇਂ ਦੇ ਵਿੱਚ ਜੋ ਮਾਂ ਨੇ ਵੇਖਣਾ, ਸੁਣਨਾ, ਸੋਚਣਾ, ਖਾਣਾ ਪੀਣਾ, ਉਹ ਸਾਰਾ ਪ੍ਰਭਾਵ ਉਸ ਬੱਚੇ ਤੇ ਪੈਂਦਾ ਹੈ। ਉਹ ਸਾਰਾ ਅਸਰ ਉਸ ਬੱਚੇ ਤੇ ਹੈ। ਪਿਛਲੇ ਦਿਨੀ ਇਹ ਵੀ ਸਾਂਝ ਪਾਈ ਸੀ ਕਿ ਇੱਕ ਬੱਚਾ ਜਨਮ ਲੈਂਦਾ ਹੈ ਤੇ ਮੋਬਾਈਲ ਤੋਂ ਬਿਨਾਂ ਨਹੀਂ ਰਹਿੰਦਾ, ਮਾਂ ਤੋਂ ਬਿਨਾਂ ਰਹਿ ਜਾਂਦਾ ਹੈ। ਮਾਂ ਆਸੇ ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੱਚੇ ਤੋਂ ਮਾੜਾ ਜਿਹਾ ਵੀ ਮਾਂ ਪਾਸੇ ਹੋਵੇ ਤੇ ਉਹਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਜਦੋਂ ਮਾਂ ਸਾਹਮਣੇ ਆਵੇ ਤੇ ਚੁੱਪ ਕਰ ਜਾਂਦਾ ਹੈ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਜਨਮ ਲੈਂਦੇ ਆ, ਉਹਨਾਂ ਨੂੰ ਮਾਂ ਦੀ ਲੋੜ ਨਹੀਂ, ਉਹਨਾਂ ਨੂੰ ਮੋਬਾਈਲ ਦੀ ਲੋੜ ਹੈ। ਉਹ ਮੋਬਾਈਲ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਹੀ ਉਹਨਾਂ ਦੀ ਅਟੈਚਮੈਂਟ ਇੰਨੀ ਬਣ ਚੁੱਕੀ ਹੈ ਵੀ ਮਾਂ ਨਹੀਂ ਸਾਹਮਣੇ ਹੋਣੀ ਚਾਹੀਦੀ, ਮੋਬਾਈਲ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਉਸ 8-9 ਮਹੀਨੇ ਦੇ ਸਮੇਂ ਵਿੱਚ ਮਾਂ ਨੇ ਨਾ ਦਿਨ ਵੇਲੇ ਮੋਬਾਈਲ ਛੱਡਿਆ, ਨਾ ਰਾਤ ਵੇਲੇ ਛੱਡਿਆ। ਉਹ ਫਿਰ ਜਿਹੜੀਆਂ ਮੋਬਾਈਲ ਦੀਆਂ ਕਿਰਨਾਂ ਸੀ, ਉਹਦਾ ਅਸਰ ਬੱਚੇ ਤੇ ਇੰਨਾ ਪੈ ਗਿਆ, ਜਨਮ ਲੈਂਦਿਆਂ ਸਾਰ ਉਹਨੂੰ ਲੋੜ ਮਹਿਸੂਸ ਹੋਈ, ਜ਼ਰੂਰਤ ਮਹਿਸੂਸ ਹੋਈ। ਇਸ ਤਰ੍ਹਾਂ ਦੇ ਵੀ ਬੱਚੇ ਪੈਦਾ ਹੋ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਦਾ ਪਹਿਲਾ ਸੰਸਕਾਰ ਜਿਹੜਾ ਬਣਦਾ ਹੈ ਉਹ ਮਾਤਾ ਦੇ ਪੇਟ ਵਿੱਚ ਬਣਦਾ ਹੈ, ਮਾਤਾ ਦੀ ਕੁੱਖ ਵਿੱਚ ਬਣਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਜੋ ਸਮਝਾਉਣ ਦਾ ਯਤਨ ਕੀਤਾ ਕਿ ਉਹਨੇ ਜੀਵ ਕੋਈ ਮਨੁੱਖ ਮਾੜਾ ਨਹੀਂ ਪੈਦਾ ਕੀਤਾ, ਪਰਮੇਸ਼ਵਰ ਨੇ ਕਿਸੇ ਵੀ ਮਨੁੱਖ ਨੂੰ ਖੋਟਾ ਪੈਦਾ ਨਹੀਂ ਕੀਤਾ ਹੈ। ਇਹ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ,
ਮਾਇਆ ਅਮਰ ਵਰਤਾਇਆ। ਇਹ ਤੇ ਜਦੋਂ ਅੱਖਾਂ ਖੋਲੀਆਂ ਸਮਾਜ ਵਿੱਚ, ਤੇ ਜਿੱਦਾਂ ਦੇ ਸਮਾਜ ਵਿੱਚ ਰਿਹਾ ਵਿਚਰਿਆ, ਜਿੱਦਾਂ ਦੀਆਂ ਸਿੱਖਿਆਵਾਂ ਮਿਲੀਆਂ ਉਦਾਂ ਦਾ ਹੀ ਹੋ ਗਿਆ। ਕੋਈ ਖੋਟਾ ਹੋ ਗਿਆ ਤੇ ਕੋਈ ਖਰਾ ਹੋ ਗਿਆ। ਪਰ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਦੋ ਪ੍ਰਾਣੀ ਵੇਖ ਰਿਹਾ, ਖੋਟੇ ਤੇ ਖਰੇ, ਪਰ ਇਹ ਦੋਵਾਂ ਨੂੰ ਉਹ ਜਿਹੜਾ ਪੈਦਾ ਕਰਨ ਵਾਲਾ ਇੱਕੋ ਹੀ ਹੈ, ਪਰਮੇਸ਼ਵਰ। ਫਿਰ ਬੇਨਤੀ ਕਰਾਂ, ਪੈਦਾ ਜੀ ਪਰਮੇਸ਼ਵਰ ਨੇ ਕੀਤਾ ਹੈ, ਪਰ ਉਹਨੇ ਖੋਟੇ ਤੇ ਖਰੇ ਪੈਦਾ ਨਹੀਂ ਕੀਤੇ। ਇਹ ਤਾਂ ਜਦੋਂ ਜਨਮ ਤੋਂ ਬਾਅਦ ਜਿੱਦਾਂ ਦਾ ਸਾਡੇ ਮਨ ਤੇ ਪ੍ਰਭਾਵ ਪੈਂਦਾ ਹੈ, ਫਿਰ ਅਸੀਂ ਖੋਟੇ ਤੇ ਖਰੇ ਹੁੰਨੇ ਆ। ਉਹਨੇ ਕਿਸੇ ਨੂੰ ਮਨਮੁਖ ਤੇ ਗੁਰਮੁਖ ਬਣਾ ਕੇ ਪੈਦਾ ਨਹੀਂ ਕੀਤਾ। ਇਹ ਤੇ ਜਿੱਦਾਂ ਦੀ ਪਰਵਰਿਸ਼ ਹੋਏਗੀ, ਜਿੱਦਾਂ ਦੇ ਮਾਹੌਲ ਵਿੱਚ ਅਸੀਂ, ਜਿੱਦਾਂ ਦੀ ਸੰਗਤ ਮਿਲੇਗੀ, ਉਸੇ ਤਰ੍ਹਾਂ ਦਾ ਸਾਡੇ ਮਨ ਤੇ ਪ੍ਰਭਾਵ ਪੈਣਾ ਹੈ। ਇਸ ਲਈ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਜੀਵ ਨੇ, ਖੋਟੇ ਖਰੇ। ਪਰ ਭਾਵੇਂ ਕੋਈ ਖੋਟਾ ਭਾਵੇਂ ਕੋਈ ਖਰਾ, ਤੁਧ ਆਪ ਉਪਾਏ। ਇਹ ਸਾਰੇ ਜੀਵ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ। ਹਾਂ, ਪਰਖਣ ਵਾਲੇ ਤੁਸੀਂ, ਜੇ ਪੈਦਾ ਤੁਹਾਡੇ ਕੀਤੇ ਆ ਤੇ ਪਰਖਣ ਵਾਲੇ ਵੀ ਤੁਸੀਂ ਆਪ ਹੋ। ਅਸੀਂ ਨਹੀਂ ਪਰਖ ਸਕਦੇ ਵੀ ਖੋਟਾ ਕੌਣ ਹੈ ਤੇ ਖਰਾ ਕੌਣ ਹੈ, ਕਿਉਂਕਿ ਜਿਹੜੀ ਸਾਡੀ ਅੱਖ ਹੈ ਨਾ, ਇਹ ਬਾਹਰੀ ਜੀਵਨ ਵੇਖ ਰਹੀ ਹੈ, ਇਹ ਅੰਦਰ ਦਾ ਜੀਵਨ ਨਹੀਂ ਵੇਖ ਰਹੀ। ਤੇ ਬਾਹਰੀ ਜੀਵਨ ਵੇਖ ਕੇ ਅਸੀਂ ਖੋਟੇ ਨੂੰ ਖਰਾ ਕਹਿ ਰਹੇ ਹਾਂ, ਅਸੀਂ ਖਰੇ ਨੂੰ ਖੋਟਾ ਕਹਿ ਰਹੇ ਹਾਂ। ਜਿਹੜੀ ਸਾਡੀ ਬਾਹਰ ਦੀ ਅੱਖ ਹੈ ਨਾ, ਇਹ ਬਾਹਰ ਦਾ ਜੀਵਨ ਵੇਖ ਕੇ ਖੋਟੇ ਨੂੰ ਖਰਾ ਕਹੀ ਜਾਂਦੀ ਹੈ, ਖਰੇ ਨੂੰ ਖੋਟਾ ਕਹੀ ਜਾਂਦੀ ਹੈ, ਮਾੜੇ ਨੂੰ ਚੰਗਾ ਕਹੀ ਜਾਂਦੀ ਹੈ, ਚੰਗੇ ਨੂੰ ਮਾੜਾ ਕਹੀ ਜਾਂਦੀ ਹੈ। ਇਹ ਸਾਡੀ ਬਾਹਰ ਦੀ ਅੱਖ ਜਿਹੜੀ ਹੈ, ਇਹ ਸੱਚ ਨੂੰ ਝੂਠ ਮੰਨੀ ਜਾਂਦੀ ਹੈ ਤੇ ਝੂਠ ਨੂੰ ਸੱਚ ਮੰਨੀ ਜਾਂਦੀ ਹੈ। ਇਸ ਲਈ ਫੈਸਲਾ ਮਾਲਕ ਨੇ ਕਰਨਾ ਹੈ ਕਿ ਕਿਹੜਾ ਖੋਟਾ ਤੇ ਕਿਹੜਾ ਖਰਾ ਹੈ, ਕਿਉਂਕਿ ਜਿਹੜੀ ਮਾਲਕ ਦੀ ਅੱਖ ਹੈ, ਉਹਨੇ ਸਾਡਾ ਬਾਹਰ ਦਾ ਇਹ ਪਹਿਰਾਵਾ, ਬਾਹਰ ਦਾ ਰੂਪ ਨਹੀਂ ਵੇਖਣਾ। ਉਹਨਾਂ ਨੇ ਸਾਡਾ ਚਿੱਤਰ ਨਹੀਂ, ਚਰਿੱਤਰ ਵੇਖ ਕੇ ਫੈਸਲਾ ਕਰਨਾ ਹੈ। ਸਾਡੇ ਚਿੱਤਰ ਨੇ ਫੈਸਲਾ ਨਹੀਂ ਕਰਨਾ, ਸਾਡੇ ਚਰਿੱਤਰ ਨੇ, ਸਾਡੇ ਆਚਰਣ ਨੇ, ਸਾਡੇ ਕਰੈਕਟਰ ਨੇ ਫੈਸਲਾ ਕਰਨਾ ਹੈ ਕਿ ਇਹ ਖੋਟਾ ਹੈ ਕਿ ਖਰਾ। ਹੁਣ ਕਿਸੇ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਇਹ ਕਿੱਦਾਂ ਦਾ ਇਹਦਾ ਕਰੈਕਟਰ ਹੈ, ਇਹਦਾ ਆਚਰਣ ਕਿੱਦਾਂ ਦਾ ਹੈ, ਇਹਦਾ ਜੀਵਨ ਕਿੱਦਾਂ ਦਾ ਹੈ। ਇਸ ਲਈ ਇਹ ਫੈਸਲਾ ਮਾਲਕ ਨੇ ਕਰਨਾ ਹੈ। ਤੇ ਜਦੋਂ ਮਾਲਕ ਆਪ ਪਰਖਦੇ ਆ, ਫਿਰ ਖਰੇ ਖਜ਼ਾਨੇ ਪਾਈਏ, ਖੋਟੇ ਸਟੀਏ ਬਾਹਰ ਬਾਹਰ। ਫਿਰ ਉਹ ਪਰਖਦਾ ਨਾ ਜਦੋਂ, ਉਹ ਫਿਰ ਖਰਿਆਂ ਨੂੰ ਖਜ਼ਾਨੇ ਵਿੱਚ ਰਲਾ ਲੈਂਦਾ ਹੈ ਤੇ ਖੋਟਿਆਂ ਨੂੰ ਫਿਰ ਸੰਸਾਰ ਦੇ ਵਿੱਚ ਛੱਡ ਦਿੰਦਾ ਹੈ ਭਟਕਣ ਵਾਸਤੇ, ਕਿਉਂਕਿ ਤੁਸੀਂ ਹਜੇ ਖਰੇ ਨਹੀਂ ਹੋ ਸਕੇ। ਸਾਨੂੰ ਜਦੋਂ ਇਦਾਂ ਦੀ ਵਿਚਾਰ ਆਵੇ ਤੇ ਸੋਚਿਆ ਕਰੋ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਕਿਉਂ ਦਿੱਤਾ ਹੈ? ਖੋਟਿਆਂ ਨੂੰ ਖਰਾ ਕਰਨ ਵਾਸਤੇ। ਸਤਿਗੁਰ ਖੋਟਿਓ ਖਰੇ ਕਰੇ। ਮਨ ਦੇ ਜਿਹੜੇ ਖੋਟੇ ਨੇ, ਉਹ ਗੁਰਬਾਣੀ ਇਸੇ ਲਈ ਦਿੱਤੀ ਹੈ ਕਿ ਬਾਣੀ ਦਾ ਅਭਿਆਸ ਕਰੋ, ਬਾਣੀ ਦੀ ਵਿਚਾਰ ਨਾਲ ਜੁੜੋ, ਤਾਂ ਕਿ ਤੁਹਾਡੇ ਮਨ ਦੀ ਖੋਟ ਨਿਕਲ ਜਾਏ। ਜਿੰਨਾ ਚਿਰ ਅੰਦਰ ਦੀ ਸੋਝੀ ਨਹੀਂ ਨਾ ਆਏਗੀ, ਉਹਨਾਂ ਚਿਰ ਗੱਲ ਨਹੀਂ ਬਣਨੀ। ਮੇਰੇ ਵਰਗਾ ਸਾਰੀ ਦਿਹਾੜੀ ਮੂੰਹੋਂ ਕਹੀ ਜਾਂਦਾ ਹੈ ਮੈਂ ਬੜਾ ਵੱਡਾ ਪੁੰਨੀ ਹਾਂ, ਬਹੁਤ ਵੱਡਾ ਪੁੰਨੀ ਹਾਂ, ਮੇਰੇ ਵਰਗਾ ਖਰਾ ਬੰਦਾ ਕੋਈ ਨਹੀਂ। ਕਈ ਕਹਿੰਦੇ ਆ ਮੇਰੇ ਵਰਗਾ ਖਰਾ ਬੰਦਾ ਕੋਈ ਨਹੀਂ। ਤੇ ਗੁਰਬਾਣੀ ਕਹਿੰਦੀ ਆ ਵੀ ਇੱਕ ਵਾਰੀ ਗੁਰਬਾਣੀ ਦਾ ਅਭਿਆਸ ਕਰਕੇ ਨਾ ਅੰਦਰ ਝਾਤੀ ਮਾਰੀ, ਤੈਨੂੰ ਪਤਾ ਲੱਗ ਜਾਏਗਾ ਤੇਰੇ ਤੋਂ ਵੱਡਾ ਖੋਟਾ ਕੋਈ ਨਹੀਂ ਹੈ। ਤੂੰ ਕਹਿੰਦਾ ਮੈਂ ਪੁੰਨੀ ਬੜਾ, ਬਹੁਤ ਵੱਡਾ ਪੁੰਨੀ ਆ, ਤੇ ਕਿਤੇ ਗੁਰਬਾਣੀ ਦੀ ਰੋਸ਼ਨੀ 'ਚ ਅੰਦਰ ਝਾਤੀ ਮਾਰੀ, ਤੇਰੇ ਤੋਂ ਵੱਡਾ ਪਾਪੀ ਕੋਈ ਨਹੀਂ ਹੋਣਾ। ਹੁਣ ਅੰਦਰ ਨਹੀਂ ਨਾ ਝਾਤ ਵੱਜਦੀ, ਝਾਤ ਤੇ ਦੂਜਿਆਂ ਦੇ ਵੱਜਦੀ ਹੈ, ਫਲਾਣਾ ਇਦਾਂ ਦਾ ਹੈ, ਫਲਾਣਾ ਇਦਾਂ ਦਾ ਹੈ, ਆਪਣੇ ਨਹੀਂ ਝਾਤੀ ਵੱਜਦੀ। ਪਰ ਸਾਨੂੰ ਆਖਿਆ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਜਿਸ ਦਿਨ ਦੇਖ ਲਏਗਾ ਉਸ ਦਿਨ ਤੇਰੇ ਅੱਖਾਂ ਵਿੱਚ ਅਥਰੂ ਆ ਜਾਣਗੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਇਸ ਲਈ ਖਰਾ ਕੌਣ ਹੈ, ਖੋਟਾ ਕੌਣ ਹੈ, ਇਹ ਫੈਸਲਾ ਮਾਲਕ ਨੇ ਕਰਨਾ ਹੈ।
ਪੁੰਨੀ ਕੌਣ ਹੈ, ਪਾਪੀ ਕੌਣ ਹੈ, ਇਹਦਾ ਫੈਸਲਾ ਮਾਲਕ ਨੇ ਕਰਨਾ ਹੈ, ਸਾਡਾ ਆਚਰਣ ਵੇਖ ਕੇ, ਸਾਡਾ ਚਰਿੱਤਰ ਵੇਖ ਕੇ। ਨਹੀਂ ਤੇ ਬਾਹਰੋਂ ਤਾਂ ਭੁਲੇਖੇ ਫਿਰ ਪੈਂਦੇ ਹੀ ਨੇ। ਬਾਹਰੋਂ ਤਾਂ ਬੰਦਾ ਭੁਲੇਖਾ ਫਿਰ ਖਾਈ ਜਾਂਦਾ। ਜਦੋਂ ਧੋਖਾ ਖਾਂਦਾ ਹੈ ਫਿਰ ਕਹਿੰਦਾ ਵੀ ਮੈਂ ਤੇ ਸੋਚਿਆ ਸੀ ਵੀ ਇਹ ਬੜਾ ਵੱਡਾ ਭਲਾ ਮਾਨਸ ਹੈ, ਪਰ ਵਿੱਚੋਂ ਨਿਕਲਿਆ ਤੇ ਕੁਝ ਹੋਰ। ਅਕਸਰ ਧੋਖੇ ਅਸੀਂ ਤਾਂ ਹੀ ਖਾਂਦੇ ਹਾਂ। ਮਹਾਰਾਜ ਕਹਿੰਦੇ ਇਹ ਜਿਹੜੇ ਜੀਵ ਨੇ, ਕੋਈ ਖੋਟਾ ਹੈ ਕੋਈ ਖਰਾ ਹੈ, ਵਾਹਿਗੁਰੂ ਜੀ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ, ਇਸ ਲਈ ਇਹਨਾਂ ਨੂੰ ਪਰਖਣ ਵਾਲੇ ਵੀ ਤੁਸੀਂ ਆਪ ਹੀ ਹੋ। ਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਭਾਈ ਰਾਮਾ ਤੇ ਭਾਈ ਜੇਠਾ ਜੀ ਦੋਵੇਂ ਬੜੀ ਸੇਵਾ ਕਰਦੇ ਆ, ਪਰ ਦੋਵਾਂ ਦੇ ਅੰਦਰ ਦੀ ਸੋਚ ਕੀ ਹੈ ਇਹ ਸੰਗਤਾਂ ਨਹੀਂ ਜਾਣਦੀਆਂ। ਤੇ ਸੰਗਤਾਂ ਕਹਿੰਦੀਆਂ ਵੀ ਹੁਣ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਰਾਮਾ ਜੀ ਨੂੰ ਗੁਰੂ ਅਮਰਦਾਸ ਜੀ ਦੇਣਗੇ, ਕੋਈ ਕਹਿੰਦਾ ਨਹੀਂ ਗੁਰੂ ਰਾਮਦਾਸ ਜੀ ਨੂੰ ਦੇਣਗੇ। ਫੈਸਲਾ ਨਹੀਂ ਹੋਇਆ। ਆਖਿਆ ਗੁਰੂ ਅਮਰਦਾਸ ਜੀ ਤੁਸੀਂ ਫੈਸਲਾ ਕਰੋ। ਤੇ ਗੁਰੂ ਅਮਰਦਾਸ ਜੀ ਕਹਿੰਦੇ ਤੁਸੀਂ ਕੇਵਲ ਸੇਵਾ ਵੇਖ ਕੇ ਹੀ ਫੈਸਲਾ ਕਰ ਰਹੇ ਹੋ ਨਾ, ਪਰ ਮੈਂ ਜਿਸ ਥੜੇ ਤੇ ਰੱਬੀ ਜੋਤ ਨੂੰ ਟਿਕਾਉਣਾ ਹੈ, ਮੈਂ ਉਹ ਥੜਾ ਵੇਖਣਾ ਵੀ ਤਿਆਰ ਹੋਇਆ ਕਿ ਨਹੀਂ ਹੋਇਆ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆ ਬੌਲੀ ਸਾਹਿਬ, ਆਪਾਂ ਜਦੋਂ ਗੋਇੰਦਵਾਲ ਸਾਹਿਬ ਜਾਂਦੇ ਆ, ਉਹਦੇ ਬਿਲਕੁਲ ਨਾਲ ਥੜਾ ਸਾਹਿਬ ਬਣਵਾਉਣ ਵਾਸਤੇ ਮਹਾਰਾਜ ਨੇ ਦੋਵਾਂ ਨੂੰ ਆਖਿਆ, ਸਵੇਰੇ ਆਉਂਦੇ ਆ ਸ਼ਾਮ ਨੂੰ ਢਵਾ ਦਿੰਦੇ ਆ। 1 ਦਿਨ 2 ਦਿਨ 3 ਦਿਨ, ਤੀਜੇ ਦਿਨ ਫਿਰ ਭਾਈ ਰਾਮਾ ਜੀ ਦੇ ਮੱਥੇ ਵੱਟ ਪੈ ਗਿਆ। ਧਿਆਨ ਰੱਖਿਓ, ਜਿਹੜਾ ਸੇਵਾ ਕਰਦੇ ਆ ਮੱਥੇ ਵੱਟ ਪਾ ਲਵੇ ਉਹ ਦਿਲੋਂ ਸੇਵਾ ਨਹੀਂ ਕਰਦਾ। ਇਹ ਹਕੀਕਤ ਹੈ। ਕਿਸੇ ਨੂੰ ਸੇਵਾ ਕਰਦੇ ਨੂੰ ਤੁਸੀਂ ਮਾੜਾ ਜਿਹਾ ਕਹਿ ਕੇ ਵੇਖੋ ਵੀ ਭਾਈ ਆਹ ਸੇਵਾ ਇੱਦਾਂ ਨਹੀਂ ਇੱਦਾਂ, ਤੇ ਜੇ ਤਾਂ ਉਹਨੇ ਮੱਥੇ ਵੱਟ ਪਾ ਲਿਆ ਤੇ ਅੱਖਾਂ ਕਰ ਲਈਆਂ ਲਾਲ ਤੇ ਗੁੱਸੇ ਵਿੱਚ ਆ ਕੇ ਤੁਹਾਨੂੰ ਦੇਵੇ ਜਵਾਬ, ਫਿਰ ਸਮਝ ਲੈਣਾ ਇਹ ਦਿਲੋਂ ਸੇਵਾ ਨਹੀਂ ਕਰਦਾ, ਇਹ ਸੇਵਾ ਦਾ ਦਿਖਾਵਾ ਕਰ ਰਿਹਾ ਹੈ। ਕਿਉਂਕਿ ਜਿਹੜਾ ਦਿਲੋਂ ਸੇਵਾ ਕਰਦਾ ਉਹਦੇ ਮੱਥੇ ਕਦੇ ਵੱਟ ਨਹੀਂ ਜੇ ਪੈਂਦਾ, ਉਹਦੀ ਰਸਨਾ ਤੇ ਕਦੇ ਕ੍ਰੋਧ ਵਾਲੇ ਬੋਲ ਉਹਦੀ ਰਸਨਾ ਤੋਂ ਨਹੀਂ ਨਿਕਲਦੇ, ਉਹ ਤਾਂ ਅੰਦਰੋਂ ਪਿਆਰ ਨਾਲ ਭਿੱਜਿਆ ਹੁੰਦਾ ਹੈ। ਸੇਵਾ ਤੇ ਭਾਂਡੇ ਨੂੰ ਅੰਦਰੋਂ ਨਿਮਰਤਾ ਨਾਲ ਭਰਦੀ ਹੈ, ਅੰਦਰ ਨਿਮਰਤਾ ਦਾ ਰਸ ਭਰਦੀ ਹੈ। ਹੁਣ ਮੇਰੇ ਵਰਗਾ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਿਹਾ ਤੇ ਕਿਸੇ ਨੇ ਆ ਕੇ ਆਖਿਆ ਵੀ ਭਾਈ ਸਾਹਿਬ ਆ ਗੁਟਕਾ ਸਾਹਿਬ ਇਦਾਂ ਪਕੜੋ ਤੇ ਪੈਰਾਂ ਨੂੰ ਹੱਥ ਨਹੀਂ ਲਾਈਦੇ, ਬਾਰ-ਬਾਰ ਪੈਰਾਂ ਦਾ ਅੰਗੂਠਾ ਨਹੀਂ ਮੱਲੀਦਾ, ਤੇ ਆਹ ਪੰਗਤੀ ਇਦਾਂ ਨਹੀਂ ਇਦਾਂ ਪੜ੍ਹਨੀ ਹੈ। ਤੇ ਮੈਂ ਗੁਟਕਾ ਸਾਹਿਬ ਰੱਖ ਕੇ ਤੇ ਉਹਦੇ ਗਲ ਪੈ ਜਾਵਾਂ, ਉਹਨੂੰ ਖਰੀਆਂ ਸੁਣਾ ਦੇਵਾਂ, ਬੜਾ ਕੁਝ ਸੁਣਾ ਦਿਆਂ, ਤੇ ਫਿਰ ਮੇਰੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੋਇਆ? ਬਾਣੀ ਪੜ੍ਹਨ ਦਾ ਕੀ ਲਾਭ ਹੋਇਆ? ਬਾਣੀ ਦਾ ਤੇ ਇੱਕ ਕਿਣਕਾ ਵੀ ਅੰਦਰ ਨਹੀਂ ਗਿਆ। ਅੰਦਰ ਤੇ ਉਸੇ ਤਰ੍ਹਾਂ ਕ੍ਰੋਧ ਭਰਿਆ ਪਿਆ, ਹੰਕਾਰ ਭਰਿਆ ਪਿਆ। ਤੇ ਜੇ ਕੋਈ ਆ ਕੇ ਕਹਿੰਦਾ ਤੇ ਹੱਥ ਜੋੜ ਕੇ ਕਹਿੰਦੇ ਸ਼ੁਕਰ ਹੈ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਬੈਠਣ ਦੀ ਜਾਚ, ਗੁਟਕਾ ਸਾਹਿਬ ਪਕੜਨ ਦੀ ਜਾਚ, ਬਾਣੀ ਪੜ੍ਹਨ ਦੀ ਜਾਚ ਸਿਖਾਤੀ, ਉਹ ਫਿਰ ਅੰਦਰ ਬਾਣੀ ਨਾਲ ਜੁੜਿਆ ਹੋਇਆ ਹੈ। ਬਸ ਇਹੀ ਅੰਦਾਜ਼ਾ ਆਪਾਂ ਲਾ ਸਕਦੇ ਹਾਂ। ਇਸ ਲਈ ਗੁਰੂ ਅਮਰਦਾਸ ਜੀ ਨੇ ਜਦੋਂ ਤੀਜਾ ਦਿਨ ਤੇ ਭਾਈ ਰਾਮਾ ਜੀ ਦੇ ਮੱਥੇ ਵੱਟ ਪੈ ਗਿਆ, ਕਹਿੰਦੇ ਅੱਜ ਨਹੀਂ ਮੈਂ ਸਤਿਗੁਰੂ ਥੜਾ ਢਾਉਣਾ, ਮੈਂ ਸਾਰੀ ਦਿਹਾੜੀ ਲਾ ਕੇ ਮਿਹਨਤ ਨਾਲ ਥੜਾ ਬਣਾਉਣਾ, ਤੇ ਤੁਸੀਂ ਆ ਕੇ ਮਿੰਟਾਂ ਵਿੱਚ ਥੜਾ ਢਵਾ ਦਿੰਦੇ ਹੋ। ਅਸਲ 'ਚ ਤੁਹਾਡੀ ਉਮਰ ਵੱਡੀ ਹੋ ਗਈ ਹੈ। ਪਰ ਭਾਈ ਜੇਠਾ ਜੀ ਦੇ ਮੱਥੇ ਵੱਟ ਨਹੀਂ ਸੀ ਪਿਆ, ਹੱਥ ਜੁੜ ਗਏ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਮੈਂ ਮੂਰਖ ਹਾਂ, ਅਣਜਾਣ ਹਾਂ, ਮੈਨੂੰ ਥੜਾ ਬਣਾਉਣ ਦੀ ਜਾਚ ਕੋਈ ਨਹੀਂ ਹੈ। ਤੇ ਅਸੀਂ ਦੱਸਦੇ ਹਾਂ ਵੀ ਸੇਵਾ ਮੈਨੂੰ ਹੀ ਕਰਨੀ ਆਉਂਦੀ ਹੈ, ਕਿਸੇ ਹੋਰ ਨੂੰ ਆਉਂਦੀ ਕੋਈ ਨਹੀਂ। ਅਸੀਂ ਦਾਅਵੇ ਕਰਦੇ ਹਾਂ ਕਿ ਬਾਣੀ ਮੈਨੂੰ ਹੀ ਪੜ੍ਹਨੀ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਅਸੀਂ ਦਾਅਵੇ ਕਰ ਕਰਕੇ ਆਪਸ ਵਿੱਚ ਉਲਝ ਰਹੇ ਹਾਂ, ਝਗੜ ਰਹੇ ਹਾਂ, ਆਪਸ ਦੇ ਵਿੱਚ ਵੰਡੀਆਂ ਪਾ ਕੇ ਬੈਠੇ ਹੋਏ ਹਾਂ। ਤਾਂ ਹੀ ਤੇ ਇੰਨੇ ਕਮਜ਼ੋਰ ਹੋਏ ਹਾਂ ਵੀ ਕੋਈ ਵੀ ਸਾਡੇ ਬਾਣੀ ਤੇ ਆ ਕੇ ਕਿੰਤੂ ਪਰੰਤੂ ਕਰ ਜਾਂਦਾ ਹੈ, ਕੋਈ ਸਾਡੀ ਬਾਣੀ ਤੇ ਇਤਿਹਾਸ ਤੇ ਕਿੰਤੂ ਪਰੰਤੂ। ਕਾਰਨ ਕੀ ਹੈ?
ਆਪਣੇ ਆਪਣੇ ਦਾਅਵਿਆਂ ਦੀ ਮੋਹਰ ਲਾ ਕੇ ਬੈਠੇ ਹੋਏ ਆ। ਆਪਸ ਵਿੱਚ ਹੀ ਅਸੀਂ ਖਿੰਡੇ ਪਏ ਆ, ਧੜੇ ਬਣਾ ਕੇ ਆਪਣੇ ਆਪਣੇ ਬੈਠੇ ਹੋਏ ਆ। ਇੱਕ ਦੂਜੇ ਨਾਲ ਅਸੀਂ ਰਲ ਮਿਲ ਕੇ ਬੈਠਣ ਨੂੰ ਤਿਆਰ ਨਹੀਂ। ਇੱਕ ਸੁਸਾਇਟੀ ਦੂਸਰੀ ਸੁਸਾਇਟੀ ਵਾਲਿਆਂ ਦੇ ਨਾਲ ਮਿਲ ਕੇ ਬੈਠਣ ਨੂੰ ਤਿਆਰ ਨਹੀਂ। ਇੱਕ ਧੜਾ ਦੂਜੇ ਧੜੇ ਨਾਲ ਮਿਲ ਕੇ ਬੈਠਣ ਨੂੰ ਤਿਆਰ ਨਹੀਂ। ਡਾਂਗਾਂ ਸੋਟੇ ਚੁੱਕਣ ਨੂੰ ਤਿਆਰ ਆ, ਕਿਰਪਾਨਾਂ ਇੱਕ ਦੂਜੇ ਉੱਤੇ ਚਲਾਉਣ ਨੂੰ ਅਸੀਂ ਤਿਆਰ ਹਾਂ, ਪਰ ਮਿਲ ਬੈਠ ਕੇ ਵਿਚਾਰ ਕਰਨ ਨੂੰ ਤਿਆਰ ਨਹੀਂ ਹਾਂ। ਇਹੀ ਕਾਰਨ ਹੈ ਕਿ ਅਸੀਂ ਆਪਣੇ ਆਪਣੇ ਦਾਅਵੇ ਕਰ ਰਹੇ ਹਾਂ ਕਿ ਮੈਨੂੰ ਹੀ ਸੇਵਾ ਕਰਨੀ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਮੈਨੂੰ ਹੀ ਬਾਣੀ ਪੜ੍ਹਨੀ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਮੈਨੂੰ ਹੀ ਕਥਾ ਕਰਨੀ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਮੈਨੂੰ ਹੀ ਪਤਾ ਇਹਦਾ ਅਰਥ ਕੀ ਹੈ, ਕਿਸੇ ਹੋਰ ਨੂੰ ਨਹੀਂ ਪਤਾ। ਬਸ ਇਹ ਸਾਡਾ ਬਹੁਤ ਵੱਡਾ ਇੱਕ ਘਾਟਾ ਸਾਨੂੰ ਪੈ ਵੀ ਚੁੱਕਾ ਹੈ ਤੇ ਪੈ ਵੀ ਰਿਹਾ ਹੈ। ਜੇ ਅੱਜ ਵੀ ਅਸੀਂ ਇੱਕ ਮੁੱਠ ਨਾ ਹੋਏ ਤਾਂ, ਅੱਜ ਵੀ ਇੱਕ ਜੁੱਟ ਅਸੀਂ ਨਾ ਇਕੱਤਰ ਹੋਏ। ਸਾਨੂੰ ਤੇ ਕਿਹਾ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਤੇ ਅਸੀਂ ਸਗੋਂ ਦੁਬਦਾ ਆਪ ਹੀ ਪੈਦਾ ਕਰਕੇ ਇਕੱਤਰ ਕਿੱਥੇ ਹੋ ਰਹੇ ਹਾਂ। ਨਫ਼ਰਤ ਭਰੀ ਪਈ ਹੈ ਸਾਡੀ ਆਪਣਿਆਂ ਦੀ, ਆਪਣਿਆਂ ਦੇ ਪ੍ਰਤੀ। ਇੱਕ ਦੂਜੇ ਦੀ ਗੱਲ ਬਰਦਾਸ਼ਤ ਨਹੀਂ ਕਰ ਰਹੇ, ਸੁਣ ਨਹੀਂ ਰਹੇ। ਇੱਕੋ ਹੀ ਕਾਰਨ ਹੈ ਕਿ ਆਪਣਾ ਆਪਣੇ ਦਾਅਵੇ ਦੀ ਮੋਹਰ ਲਾ ਰਹੇ ਹਾਂ, ਪਰ ਇਹ ਨਹੀਂ ਪਤਾ ਸਾਡੀ ਕੌਮ ਦਾ ਨੁਕਸਾਨ ਕਿੰਨਾ ਹੋ ਰਿਹਾ ਹੈ। ਸਾਡੇ ਬੱਚੇ ਸਾਡੇ ਤੋਂ ਦੂਰ ਹੋ ਰਹੇ ਆ, ਸਿੱਖੀ ਤੋਂ ਦੂਰ ਹੋ ਰਹੇ ਆ, ਗੁਰੂ ਘਰ ਤੋਂ ਬਾਣੀ ਤੋਂ ਦੂਰ ਹੋ ਰਹੇ ਆ। ਇਹ ਨਹੀਂ ਅਸੀਂ ਸੋਚ ਰਹੇ, ਪਰ ਆਪਣੇ ਹਉਮੈ ਦੀ ਮੋਹਰ ਲਾ ਕੇ ਅਸੀਂ ਬੈਠੇ ਹੋਏ ਆ। ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ ਅਸੀਂ ਇਹ ਨਹੀਂ ਸੋਚ ਰਹੇ। ਅਸੀਂ 4 ਦਿਨ ਦੀ ਜ਼ਿੰਦਗੀ ਜੀ ਕੇ ਤੁਰ ਜਾਾਂਗੇ, ਉਸ ਤੋਂ ਬਾਅਦ ਕੀ ਨਤੀਜੇ ਨਿਕਲਣੇ ਆ ਅਸੀਂ ਇਹ ਗੱਲਾਂ ਨਹੀਂ ਸੋਚ ਰਹੇ। ਬਸ ਹਉਮੈ ਦਾ ਕਿੱਲਾ ਸਾਡੇ ਗੱਡਿਆ ਹੋਇਆ ਹੈ। ਫਿਰ ਬਾਂਸ ਚੰਦਨ ਦੀ ਸੰਗਤ ਕਰਕੇ ਵੀ ਸੁਗੰਧੀ ਨਹੀਂ ਲੈਂਦਾ, ਨਾ ਝੁਕਦਾ ਹੈ, ਆਕੜਿਆ ਰਹਿੰਦਾ ਤੇ ਇੱਕ ਦਿਨ ਟੁੱਟ ਕੇ ਸੜ ਬਲ ਜਾਂਦਾ ਹੈ। ਇਸ ਲਈ ਸਾਨੂੰ ਦਾਅਵੇ ਛੱਡ ਕੇ ਤੇ ਇਕੱਤਰ ਹੋ ਕੇ ਦੁਬਦਾ ਦੂਰ ਕਰਕੇ ਗੁਰਬਾਣੀ ਦਾ ਰਸ ਲੈਣਾ ਚਾਹੀਦਾ ਹੈ। ਨਹੀਂ ਤੇ ਫਿਰ ਮਾਲਕ ਨੇ ਤਾਂ ਇੱਕ ਦਿਨ ਆਪਣੀ ਤਕੜੀ 'ਚ ਰੱਖ ਕੇ ਪਰਖ ਹੀ ਲੈਣਾ ਹੈ। ਭਾਈ ਜੇਠਾ ਜੀ ਦੇ ਮੱਥੇ ਵੱਟ ਨਹੀਂ ਸੀ ਪਿਆ। ਉਹਨਾਂ ਆਖਿਆ ਸਤਿਗੁਰੂ ਜੀ ਤੁਸੀਂ ਆਪ ਸਿਰ ਤੇ ਹੱਥ ਰੱਖ ਕੇ ਤੇ ਮੈਨੂੰ ਬਲ ਦਿਓ ਤਾਂ ਕਿ ਥੜਾ ਬਣਾਉਣ ਦੀ ਜਾਚ ਆ ਜਾਏ। ਮੇਰੇ ਕੋਲੋਂ ਨਹੀਂ ਬਣਨਾ, ਤੂੰ ਮੇਰੀ ਮੱਤ ਥੋੜੀ ਹੈ, ਤੁਸੀਂ ਆਪਣੀ ਮੱਤ ਦੇ ਕੇ ਮੇਰੇ ਤੇ ਕਿਰਪਾ ਕਰੋ। ਤੇ ਦੂਜੇ ਪਾਸੇ ਭਾਈ ਰਾਮਾ ਜੀ ਕਹਿੰਦੇ ਵੀ ਮੇਰੇ ਕੋਲੋਂ ਹੁਣ ਹੋਰ ਨਹੀਂ ਬਣਨਾ, ਤੁਹਾਡੀ ਉਮਰ 70-72 ਦੀ ਹੋ ਗਈ ਆ, ਭਾਵ ਵਡੇਰੀ ਉਮਰ ਦੇ ਹੋ ਗਏ ਹੋ, ਤੇ ਮੈਂ ਹੁਣ ਇਹ ਥੜਾ ਨਹੀਂ ਢਾਉਣਾ। ਪਰਖ ਹੋ ਗਈ ਨਾ ਵੀ ਅੰਦਰ ਦੀ ਭਾਵਨਾ ਕਿੰਨੀ ਕੁ ਕਿਹਦੇ ਜਿਹੜੀ ਆ ਗੁਰੂ ਅਮਰਦਾਸ ਜੀ ਦੇ ਪਰਥਾਏ ਕਿੰਨੀ ਕੁ ਭਾਵਨਾ ਅੰਦਰ ਰੱਖ ਕੇ ਬੈਠਾ ਹੈ। ਇਸ ਲਈ ਬਾਹਰੋਂ ਦੇਖਣ ਨੂੰ ਜੀਵ ਜਿਹੜੇ ਦਿਸਦੇ ਆ, ਇਹ ਸਾਨੂੰ ਅਸੀਂ ਖੋਟੇ ਨੂੰ ਖਰਾ ਕਹਿ ਦਿਆਂਗੇ, ਖਰੇ ਨੂੰ ਖੋਟਾ ਕਹਿ ਦਿਆਂਗੇ, ਪਰ ਅਸਲ ਪਰਖ ਤੇ ਮਾਲਕ ਨੇ ਸਾਡੇ ਅੰਦਰ ਦਾ ਜੀਵਨ ਵੇਖ ਕੇ ਕਰਨੀ ਆ। ਇਸੇ ਲਈ ਉਹ ਖਰਿਆਂ ਨੂੰ ਖਜ਼ਾਨੇ ਵਿੱਚ ਰਲਾ ਲੈਂਦਾ ਤੇ ਖੋਟਿਆਂ ਨੂੰ ਫਿਰ ਇਸ ਸੰਸਾਰ ਵਿੱਚ ਭੇਜਦਾ। ਕਿਉਂ? ਤਾਂ ਕਿ ਦੁਬਾਰਾ ਗੁਰੂ ਵਾਲੇ ਬਣ ਕੇ ਤੁਸੀਂ ਖੋਟਿਓਂ ਖਰੇ ਹੋ ਸਕੋ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ, ਲੋਕ ਸਭਾਏ। ਸਾਰੇ ਲੋਕ ਸਭਾਏ ਮਨੇ ਸਾਰੇ ਆਪ ਹੀ ਪਰਖਣ ਵਾਲੇ ਹੋ। ਖਰੇ ਪਰਖ ਖਜ਼ਾਨੇ ਪਾਏ ਹੈ। ਖਰੇ ਜਿਹੜੇ ਪਰਖਦੇ ਹੋ ਉਹਨਾਂ ਨੂੰ ਪਰਖ ਕੇ ਆਪਣੇ ਖਜ਼ਾਨੇ ਵਿੱਚ ਰਲਾ ਲੈਂਦੇ ਹੋ। ਖੋਟੇ ਭਰਮ ਭੁਲਾਵਣਿਆ, ਤੇ ਖੋਟਿਆਂ ਨੂੰ ਫਿਰ ਤੁਸੀਂ ਜਿਹੜਾ ਇਸ ਸੰਸਾਰ ਵਿੱਚ ਭੇਜਦੇ ਹੋ, ਉਹ ਭੁੱਲੇ ਭਟਕੇ ਇਸ ਸੰਸਾਰ ਦੇ ਵਿੱਚ ਭਟਕਦੇ ਰਹਿੰਦੇ ਹਨ। ਕਿਉ ਕਰ ਵੇਖਾਂ ਕਿਉ ਸਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੈ ਅੰਮ੍ਰਿਤ ਪਿਆਵਣਿਆ।
ਇਸ ਲਈ ਹੈ ਮੇਰੇ ਮਾਲਕ ਵਾਹਿਗੁਰੂ ਜੀ, ਮੈਂ ਆਪਣੀ ਅੱਖ ਨਾਲ ਤੁਹਾਨੂੰ ਕਿਵੇਂ ਵੇਖਾਂ? ਬਾਹਰੀ ਅੱਖ ਨਾਲ ਤੇ ਕੇਵਲ ਮੈਨੂੰ ਦੁਨੀਆ ਦਿਸਦੀ ਹੈ, ਔਰ ਕਿਵੇਂ ਮੈਂ ਤੁਹਾਡੀ ਸਿਫਤ ਸਲਾਹ ਕਰਾਂ? ਮੇਰੀ ਇੰਨੀ ਮਤ ਨਹੀਂ ਹੈ, ਮੇਰੀ ਇੰਨੀ ਬੁੱਧੀ ਕੰਮ ਨਹੀਂ ਕਰਦੀ, ਕਿਉਂਕਿ ਮੇਰੀ ਅਕਲ ਤੇ ਪਰਦਾ ਪਿਆ ਹੋਇਆ ਹੈ। ਮੈਂ ਕਿਵੇਂ ਤੁਹਾਡੀ ਸਿਫਤ ਸਲਾਹ ਕਰਾਂ, ਕਿਵੇਂ ਤੁਹਾਨੂੰ ਵੇਖਾਂ? ਹਾਂ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਜੇ ਗੁਰੂ ਦੀ ਕਿਰਪਾ ਹੋ ਜਾਏ। ਪ੍ਰਸਾਦੀ ਕਿਰਪਾ, ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਦਾ ਸ਼ਬਦ ਮਿਲ ਜਾਏ, ਫਿਰ ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਨਾਲ ਜੁੜ ਕੇ, ਕਿਉਂਕਿ ਦੱਦੇ ਨੂੰ ਸਿਹਾਰੀ ਹੈ ਸ਼ਬਦ ਦੇ, ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਵਿੱਚ ਜੁੜ ਕੇ ਸਲਾਹੀ ਮੈਂ ਤੁਹਾਡੀ ਸਿਫਤ ਸਲਾਹ ਕਰ ਸਕਦਾ। ਜੇ ਗੁਰੂ ਤਰੁੱਠ ਕੇ ਮੈਨੂੰ ਸ਼ਬਦ ਦੀ ਦਾਤ ਦੇ ਦੇਣ ਤਾਂ ਸ਼ਬਦ ਨਾਲ ਜੁੜ ਕੇ ਮੈਂ ਤੁਹਾਡੀ ਸਿਫਤ ਕਰ ਸਕਦਾ ਹਾਂ, ਕਿਉਂਕਿ ਸਿਫਤ ਕਰਨ ਤੋਂ ਪਹਿਲਾਂ ਗੁਰੂ ਦਾ ਸ਼ਬਦ ਸਾਨੂੰ ਮਾਲਕ ਦੇ ਭਾਣੇ ਵਿੱਚ ਰਹਿਣਾ ਸਿਖਾਉਂਦਾ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿਖਾਉਂਦਾ ਹੈ। ਤੇ ਜਦੋਂ ਮਾਲਕ ਜੀ ਤੁਹਾਡੇ ਭਾਣੇ, ਤੁਹਾਡੇ ਹੁਕਮ, ਤੁਹਾਡੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਚੱਲਦੇ ਆ, ਫਿਰ ਪਤਾ ਲੱਗਦਾ ਵੀ ਅੰਮ੍ਰਿਤ ਤਾਂ ਤੁਹਾਡੇ ਭਾਣੇ ਦੇ ਵਿੱਚ ਹੈ, ਤੁਹਾਡੇ ਹੁਕਮ ਦੇ ਵਿੱਚ ਹੈ। ਇਹ ਸੰਸਾਰ ਹੈ ਤਾਂ ਪਰਮੇਸ਼ਵਰ ਦਾ ਹੀ ਬਣਾਇਆ ਹੋਇਆ ਨਾ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਤੇ ਕੁਦਰਤ ਤਾਂ ਮਾੜੀ ਨਹੀਂ ਬਣਾਈ ਪਰਮਾਤਮਾ ਨੇ, ਪਰਮਾਤਮਾ ਨੇ ਤੇ ਕੁਦਰਤ ਬੜੀ ਸੋਹਣੀ ਬਣਾਈ ਸੀ, ਪਰ ਕਈਆਂ ਲਈ ਇਹ ਅੰਮ੍ਰਿਤ ਬਣ ਗਈ ਤੇ ਕਈਆਂ ਲਈ ਇਹ ਜ਼ਹਿਰ ਬਣ ਗਈ। ਹੁਣ ਜ਼ਹਿਰ ਕਿਹਨਾਂ ਲਈ ਬਣੀ? ਜਿਹੜੇ ਉਹਦੇ ਭਾਣੇ ਤੋਂ ਬਾਹਰ ਹੋ ਗਏ, ਜਿਹੜੇ ਉਹਦੇ ਹੁਕਮ ਤੋਂ ਬਾਹਰ ਹੋ ਗਏ। ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਆ ਉਹਨਾਂ ਲਈ ਤਾਂ ਅੱਜ ਵੀ ਕੁਦਰਤ ਵਿੱਚ ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ। ਜਿਹੜੇ ਉਹਦੇ ਭਾਣੇ ਤੋਂ ਬਾਹਰ ਹੋ ਕੇ ਚੱਲਦੇ ਆ ਉਹਨਾਂ ਲਈ ਜ਼ਹਿਰ ਹੈ। ਇਸ ਲਈ ਆਖਿਆ ਮਾਲਕ ਜੀ, ਗੁਰੂ ਦੇ ਸ਼ਬਦ ਰਾਹੀਂ ਹੀ ਤੁਹਾਡੀ ਸਿਫਤ ਸਲਾਹ ਹੋ ਸਕਦੀ ਹੈ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ। ਇਹ ਵਾਹਿਗੁਰੂ ਜੀ, ਤੁਹਾਡੇ ਭਾਣੇ ਵਿੱਚ ਰਹਿ ਕੇ ਅੰਮ੍ਰਿਤ ਸਾਡੀ ਜ਼ਿੰਦਗੀ ਵਿੱਚ ਵਸਦਾ ਹੈ, ਸਾਡੇ ਮਨ ਵਿੱਚ ਵਸਦਾ ਹੈ, ਕਿਉਂਕਿ ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਜਿਹੜੇ ਤੇਰੇ ਭਾਣੇ ਵਿੱਚ, ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਤੁਰਦੇ ਆ, ਉਹਨਾਂ ਨੂੰ ਤੂੰ ਆਪ ਹੀ ਅੰਮ੍ਰਿਤ ਪਿਆਉਂਦਾ ਹੈ। ਭਾਵ ਉਹਨਾਂ ਨੂੰ ਗੁਰੂ ਦੇ ਰਾਹੀਂ, ਸ਼ਬਦ ਰਾਹੀਂ ਅੰਮ੍ਰਿਤ ਰਸ ਤੂੰ ਆਪ ਹੀ ਮਾਲਕ ਜੀ ਪਿਆਉਂਦੇ ਹੋ, ਜਿਹੜੇ ਤੁਹਾਡੇ ਭਾਣੇ ਵਿੱਚ ਤੁਰਦੇ ਨੇ, ਤੁਹਾਡੀ ਰਜ਼ਾ ਵਿੱਚ ਤੁਰਦੇ ਹਨ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ। 8ਵੇਂ ਪਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਹੜਾ ਇਹ ਸ਼ਬਦ ਹੈ ਇਹ ਆਤਮਿਕ ਜੀਵਨ ਦੇਣ ਵਾਲਾ ਹੈ। ਜਿਹੜੀ ਹਰੀ ਦੀ ਬਾਣੀ ਹੈ ਇਹ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੈ। ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪੌਲ ਤਿਆਰ ਕੀਤੀ ਹੈ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਤੇ ਖੰਡੇ ਦੀ ਪੌਲ ਵਿੱਚੋਂ ਜਿਹੜਾ ਅੰਮ੍ਰਿਤ ਨਿਕਲਿਆ ਉਹ ਇਕੱਲੇ ਪਾਣੀ ਤੇ ਪਤਾਸਿਆਂ ਦਾ ਨਹੀਂ ਹੈ। ਅਸਲ ਵਿੱਚ ਉਹ ਪਤਾਸੇ ਤਾਂ ਮਿਠਾਸ ਵਾਸਤੇ ਨੇ। ਉਸ ਪਾਣੀ ਦੇ ਵਿੱਚ ਗੁਰਬਾਣੀ ਜਿਹੜੀ ਆ ਉਹਦਾ ਸੁਮੇਲ ਕੀਤਾ ਗਿਆ, ਕਿਉਂਕਿ ਅੰਮ੍ਰਿਤ ਰਸ ਗੁਰਬਾਣੀ ਦੇ ਵਿੱਚ ਹੈ। ਤੇ ਗੁਰਬਾਣੀ ਦੇ ਪਾਠ ਜਾਪ ਤੋਂ ਬਿਨਾ ਕੋਈ ਵੀ ਜਿਹੜਾ ਉਹ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ। ਖੰਡੇ ਦੀ ਪੌਲ ਜਿਹੜੀ 5 ਪਿਆਰੇ ਤਿਆਰ ਕਰਦੇ ਆ, ਉਹ ਗੁਰਬਾਣੀ ਤੋਂ ਬਿਨਾ ਤਿਆਰ ਹੀ ਨਹੀਂ ਹੋ ਸਕਦੀ, ਕਿਉਂਕਿ ਅੰਮ੍ਰਿਤ ਤਾਂ ਗੁਰਬਾਣੀ ਦੇ ਵਿੱਚ ਹੈ ਤੇ ਗੁਰਬਾਣੀ ਦਾ ਸੁਮੇਲ ਹੀ ਉਸ ਜਲ ਨੂੰ ਅੰਮ੍ਰਿਤ ਬਣਾਉਂਦਾ ਹੈ, ਜੋ ਖੰਡੇ ਦੀ ਪੌਲ ਅਸੀਂ ਲੈ ਕੇ ਆਪਣੇ ਜੀਵਨ ਨੂੰ ਜਿਉਣ ਦੀ ਜਾਚ ਸਿੱਖਦੇ ਹਾਂ।
ਇਹ ਅੰਮ੍ਰਿਤ ਪੀ ਕੇ ਹੀ ਸਾਨੂੰ ਆਤਮਿਕ ਜੀਵਨ ਮਿਲਣਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਸਦਾ ਚਿਰ ਜੀਵੋ ਕਿਹਨੂੰ ਕਿਹਾ? ਸਰੀਰ ਨੂੰ ਨਹੀਂ, ਆਤਮਿਕ ਤਲ ਤੇ, ਇਨਸਾਨੀਅਤ ਦੇ ਤਲ ਤੇ, ਜ਼ਮੀਰ ਦੇ ਤਲ ਤੇ ਤੁਸੀਂ ਸਦਾ ਜਿਉਂਦੇ ਰਹੋਗੇ। ਫਿਰ ਕਿਸੇ ਦੇ ਹੱਥਾਂ ਤੋਂ ਵਿਕੋਗੇ ਨਹੀਂ, ਕਿਸੇ ਦੇ ਹੱਥਾਂ ਤੋਂ ਨਹੀਂ ਤੁਸੀਂ ਵਿਕੋਗੇ। ਕਿਸੇ ਨੇ ਲਿਖਿਆ ਬੜਾ ਸੋਹਣਾ, ਕਹਿੰਦੇ ਅੱਜ ਦਾ ਮਾਹੌਲ ਵੇਖ ਕੇ ਇਦਾਂ ਲੱਗਦਾ ਵੀ ਗੋਰੇ ਸਿੱਖ ਬਣੀ ਜਾਂਦੇ ਆ ਤੇ ਸਿੱਖ ਈਸਾਈ ਬਣੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਅੰਮ੍ਰਿਤ ਬਾਣੀ ਦੇ ਰਸ ਦਾ ਪਤਾ ਨਹੀਂ ਨਾ। ਜਿਨ੍ਹਾਂ ਨੂੰ ਗੁਰਬਾਣੀ ਦਾ ਪਤਾ ਹੀ ਨਹੀਂ ਹੈ ਗੁਰਬਾਣੀ ਕੀ ਹੈ, ਉਹ ਫਿਰ ਆਪਣਾ ਰਾਹ ਛੱਡ ਕੇ ਦੂਜੇ ਰਾਹ ਪੈ ਜਾਂਦੇ ਆ। ਤੇ ਜਿਨ੍ਹਾਂ ਨੂੰ ਗੁਰਬਾਣੀ ਦਾ ਅਸੀਂ ਕਦੀ ਉਮੀਦ ਹੀ ਨਹੀਂ ਲਾਈ ਹੋਏਗੀ ਕਿ ਕਦੇ ਗੋਰੇ ਅੰਗਰੇਜ਼ ਜਿਹੜੇ ਨੇ ਉਹ ਵੀ ਕਦੇ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗ ਸਕਦੇ ਆ। ਪਰ ਅੱਜ ਜਦੋਂ ਉਹਨਾਂ ਨੂੰ ਬਾਣੇ ਬਾਣੀ ਦੇ ਰੰਗ ਵਿੱਚ ਰੰਗਿਆ, ਉਹਨਾਂ ਨੂੰ ਗੁਰਬਾਣੀ ਕੀਰਤਨ ਕਰਦਿਆਂ, ਉਹਨਾਂ ਨੂੰ ਗੁਰਬਾਣੀ ਦੀ ਵਿਚਾਰ ਕਰਦਿਆਂ ਸੁਣੀਦਾ ਨਾ, ਤੇ ਬੜਾ ਆਪਣੇ ਆਪ ਦੇ ਵਿੱਚ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਜਿਹੜਾ ਲਾਹਾ ਅਸੀਂ ਨਹੀਂ ਘਰ ਵਿੱਚ ਰਹਿ ਕੇ ਲੈ ਸਕੇ, ਉਹ ਬਾਹਰੋਂ ਆ ਕੇ ਘਰ ਵਿੱਚ ਆ ਕੇ ਤੇ ਲਾਹਾ ਉਹਨਾਂ ਨੇ ਲੈ ਲਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਦੇ ਵਿੱਚ ਅੰਮ੍ਰਿਤ ਰਸ ਹੈ। ਉਹ ਅੰਮ੍ਰਿਤ ਰਸ ਸਾਨੂੰ ਮਹਾਰਾਜ ਨੇ ਖੰਡੇ ਦੀ ਪੌਲ ਦੇ ਵਿੱਚ ਦਿੱਤਾ ਹੈ। ਅਸੀਂ ਫਿਰ ਗੁੰਮਰਾਹ ਹੋ ਗਏ। ਸਾਨੂੰ ਕਿਸੇ ਨੇ ਸ਼ਰਬਤ ਘੋਲ ਕੇ ਦਿੱਤਾ ਤੇ ਕਿਸੇ ਨੇ ਕੁਝ ਘੋਲ ਕੇ ਦਿੱਤਾ, ਅਸੀਂ ਉਹਨੂੰ ਹੀ ਅੰਮ੍ਰਿਤ ਸਮਝ ਲਿਆ। ਕਿਉਂ? ਕਿਉਂਕਿ ਅਸੀਂ ਜ਼ਹਿਰ ਨੂੰ ਵੀ ਅੰਮ੍ਰਿਤ ਹੀ ਸਮਝਦੇ ਹਾਂ। ਆ ਜਿਹੜੇ ਜ਼ਹਿਰ ਪੀਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਸਾਡੇ ਲਈ ਤਾਂ ਇਹੀ ਅੰਮ੍ਰਿਤ ਹੈ। ਇਸ ਲਈ ਮਹਾਰਾਜ ਕਹਿੰਦੇ ਅੰਮ੍ਰਿਤ ਕਿੱਥੇ ਹੈ? ਅੰਮ੍ਰਿਤ ਸ਼ਬਦ ਵਿੱਚ ਹੈ। ਆਤਮਿਕ ਜੀਵਨ ਦੇਣ ਵਾਲਾ ਰਸ ਸ਼ਬਦ ਵਿੱਚ ਹੈ। ਆਤਮਿਕ ਜੀਵਨ ਦੇਣ ਵਾਲਾ ਰਸ ਬਾਣੀ ਦੇ ਵਿੱਚ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ 부ਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਆਤਮਿਕ ਜੀਵਨ ਦੇਣ ਵਾਲਾ ਰਸ ਬਾਣੀ ਦੇ ਵਿੱਚ, ਔਰ ਬਾਣੀ ਦੇ ਰਾਹੀਂ ਜਿਹੜਾ ਸ਼ਬਦ ਮਿਲਿਆ ਹੈ ਸਾਨੂੰ, ਉਹਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਰਸ ਹੈ। ਪਰ ਇਹ ਹੁਣ ਆਪਣੇ ਹਿਰਦੇ 'ਚ ਸਮਾਏਗਾ ਕਿਵੇਂ? ਕਹਿੰਦੇ ਸਤਿਗੁਰ ਸੇਵਿਐ। ਸੇਵਿਐ ਦੇ ਵਾਵੇ ਨੂੰ ਸਿਹਾਰੀ ਤੇ ਐੜੇ ਨੂੰ ਦੁਲਾਵਾਂ। ਜਦੋਂ ਤੁਸੀਂ ਸਤਿਗੁਰ ਦਾ ਆਸਰਾ ਲਓਗੇ, ਜਦੋਂ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਓਗੇ, ਇਹ ਅੰਮ੍ਰਿਤ ਰਸ ਬਾਜ਼ਾਰਾਂ ਦੇ ਵਿੱਚ ਨਹੀਂ ਵਿਕਦਾ। ਇਹ ਅੰਮ੍ਰਿਤ ਰਸ ਤੁਹਾਨੂੰ ਅਧੂਰੀਆਂ ਥਾਵਾਂ ਤੇ ਨਹੀਂ ਜੇ ਮਿਲਣਾ। ਇਹ ਅੰਮ੍ਰਿਤ ਰਸ ਮਿਲਣਾ ਤੇ ਸਤਿਗੁਰ ਕੋਲੋਂ ਮਿਲਣਾ। ਉਹ ਸਤਿਗੁਰ ਜਿਹਨੇ ਸਤਿਪੁਰਖ ਨੂੰ ਜਾਣਿਆ ਹੈ, ਉਸ ਸਤਿਗੁਰੂ ਕੋਲੋਂ ਤੁਹਾਨੂੰ ਰਸ ਮਿਲਣਾ ਜਿਹੜਾ ਆਪ ਪਰਮੇਸ਼ਵਰ ਨੇ ਬਣਾਇਆ ਹੈ। ਸਤਿਗੁਰੂ ਨਾਨਕ ਪ੍ਰਗਟ ਹੁੰਦੇ ਆ ਤੇ ਕਿਹਨੇ ਪ੍ਰਗਟ ਕੀਤਾ? ਆਪ ਨਿਰੰਕਾਰ ਨੇ। ਜੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦੇ ਰੂਪ ਵਿੱਚ ਸਾਨੂੰ ਮਿਲੇ ਆ ਤੇ ਕਿਹਦੀ ਆਗਿਆ ਵਿੱਚ ਮਿਲੇ ਆ? ਇਹ ਸਾਡੇ ਕੋਈ ਵੱਡੇ ਵਡੇਰੇ, ਅੱਜ ਜਠੇਰਿਆਂ ਦੀਆਂ ਥਾਵਾਂ ਬਥੇਰੀਆਂ ਬੜੀਆਂ ਨੇ। ਬੜੇ ਸਾਡੇ ਵੱਡੇ ਵਡੇਰਿਆਂ ਦੇ ਕਹਿੰਦੇ ਜੀ ਆ ਸਾਡੇ ਪੁਸ਼ਤਾਂ ਤੋਂ ਹੀ ਗੁਰੂ ਅਸੀਂ ਮੰਨਦੇ ਆ ਰਹੇ ਹਾਂ, ਇਸ ਲਈ ਤੁਸੀਂ ਵੀ ਅੱਗੋਂ ਮੰਨੋ। ਬੱਚੇ ਭਾਵੇਂ ਮੰਨਣ ਨੂੰ ਤਿਆਰ ਨਾ ਹੋਣ, ਪਰ ਉਹਨਾਂ ਨੂੰ ਧੱਕੇ ਨਾਲ ਮਨਾਇਆ ਜਾਂਦਾ ਹੈ। ਪਰ ਇੱਥੇ ਕੀ ਹੈ? ਇੱਥੇ ਸਤਿਗੁਰੂ ਨੂੰ ਮੰਨਣਾ ਹੈ। ਪਰ ਕਿਉਂ? ਕਿਉਂਕਿ ਇਹ ਆਗਿਆ ਅਕਾਲ ਪੁਰਖ ਦੀ ਹੈ। ਇਹ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਹੈ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਸਤਿਗੁਰੂ ਨਾਲ ਜੋੜਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਦਾ ਨਾਮ ਸਤਿਗੁਰ ਹੈ ਉਹਨੇ ਸਤਿਪੁਰਖ ਨੂੰ ਜਾਣਿਆ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਪਰਮੇਸ਼ਰ ਦਾ ਆਪਣਾ ਕੋਈ ਰੂਪ ਰੰਗ ਚੱਕਰ ਚੇਨ ਨਹੀਂ ਹੈ, ਇਸ ਲਈ ਆਪਣਾ ਇੱਕ ਦੂਸਰਾ ਰੂਪ ਹੈ ਜਿਹਨੂੰ ਸਤਿਗੁਰੂ ਕਹਿੰਦੇ ਆ।
ਇਸ ਲਈ ਸਾਹਿਬ ਕਹਿੰਦੇ ਅੰਮ੍ਰਿਤ ਜਿਹੜਾ ਹੈ ਸ਼ਬਦ ਵਿੱਚ, ਬਾਣੀ ਵਿੱਚ ਹੈ, ਪਰ ਜਿਨ੍ਹਾਂ ਨੇ ਸਤਿਗੁਰ ਦਾ ਆਸਰਾ ਲਿਆ, ਸਤਿਗੁਰ ਨੇ ਉਹਨਾਂ ਉੱਤੇ ਕਿਰਪਾ ਕੀਤੀ ਤਾਂ ਹਿਰਦੈ ਸਮਾਣੀ, ਤਾਂ ਇਹ ਆਤਮਿਕ ਜੀਵਨ ਦੇਣ ਵਾਲਾ ਇਹ ਸ਼ਬਦ ਨਾਲ ਵਿੱਚ ਜਿਹੜਾ ਰਸ ਹੈ, ਇਹ ਰਸ ਉਹਨਾਂ ਦੇ ਹਿਰਦਿਆਂ ਵਿੱਚ ਸਮਾਉਂਦਾ ਹੈ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਸਤਿਗੁਰੂ ਦਾ ਆਸਰਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਉਹ ਫਿਰ ਸਤਿਗੁਰੂ ਉਹਨਾਂ ਤੇ ਤਰੁੱਠਦੇ ਨੇ। ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਸ਼ਬਦ, ਅੰਮ੍ਰਿਤ ਹਰ ਬਾਣੀ ਜਿਹੜੀ ਹੈ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਜਿਹੜਾ ਇਹ ਅੰਮ੍ਰਿਤ ਨਾਮ ਹੈ, ਇਹ ਸਦਾ ਲਈ ਸਾਨੂੰ ਸੁੱਖ ਦੇਣ ਵਾਲਾ ਹੈ। ਜਾਂ ਜਿਹੜਾ ਸੁੱਖਾਂ ਦਾ ਦਾਤਾ ਹੈ ਨਾ, ਇਹ ਸੁੱਖਾਂ ਦੇ ਦਾਤੇ ਦਾ ਨਾਮ ਅੰਮ੍ਰਿਤ ਦੇ ਰਸ ਨਾਲ ਭਰਪੂਰ ਹੈ। ਇਹਦੇ ਦੋ ਅਰਥ ਕਰ ਸਕਦੇ ਹਾਂ। ਸੁੱਖ ਦਾਤਾ, ਜਿਹੜਾ ਅੰਮ੍ਰਿਤ ਦਾ ਨਾਮ ਹੈ, ਅੰਮ੍ਰਿਤ ਰਸ ਨਾਲ ਭਰਪੂਰ ਨਾਮ ਹੈ, ਇਹ ਸਾਨੂੰ ਸਦਾ ਸੁੱਖ ਦੇਣ ਵਾਲਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ। ਔਰ ਦੂਸਰਾ ਅਰਥ ਇਹ ਹੋ ਸਕਦਾ ਹੈ ਵੀ ਸੁਖ ਦਾਤਾ, ਜਿਹੜਾ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ ਨਾ, ਉਹਦਾ ਨਾਮ ਅੰਮ੍ਰਿਤ ਰਸ ਨਾਲ ਭਰਪੂਰ ਹੈ। ਤੇ ਸਾਹਿਬ ਜੀ ਕਹਿੰਦੇ ਅਰਦਾਸ ਵੀ ਤੁਸੀਂ ਸੁੱਖਾਂ ਦੇ ਦਾਤੇ ਅੱਗੇ ਕਰਿਆ ਕਰੋ, ਕਿਉਂਕਿ ਸਾਡੀ ਬੇਨਤੀਆਂ ਵੀ ਪਤਾ ਨਹੀਂ ਕਿਹਦੇ ਕਿਹਦੇ ਅੱਗੇ ਹੁੰਦੀਆਂ ਨੇ। ਜਦੋਂ ਦੁਨੀਆ ਵਿੱਚ ਵੇਖੀਦਾ ਨਾ, ਕੋਈ ਕਿਸੇ ਅੱਗੇ ਮੂੰਹ ਕਰਕੇ ਖਲੋਤਾ, ਕੋਈ ਕਿਸੇ ਅੱਗੇ, ਇਹਦਾ ਮਤਲਬ ਉਹਨਾਂ ਨੂੰ ਹਜੇ ਸੋਝੀ ਹੋਈ ਨਹੀਂ ਹੈ। ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ, ਅਰਦਾਸ ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਅੰਮ੍ਰਿਤ ਨਾਮ, ਜਿਸ ਨਾਮ ਵਿੱਚ ਅੰਮ੍ਰਿਤ ਰਸ, ਆਤਮਿਕ ਜੀਵਨ ਦੇਣ ਵਾਲਾ ਰਸ ਹੈ, ਸਦਾ ਸੁਖ ਦਾਤਾ, ਇਹ ਨਾਮ ਤੁਹਾਨੂੰ ਸਦਾ ਸੁਖ ਦੇਣ ਵਾਲਾ ਹੈ। ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਨਾਮ ਵਿੱਚੋਂ ਅੰਮ੍ਰਿਤ ਰਸ ਪੀਂਦੇ ਨੇ, ਉਹਨਾਂ ਦੀ ਸਾਰੀ ਭੁੱਖ ਅੰਦਰੋਂ ਦੀ ਲੈ ਜਾਂਦੀ ਹੈ। ਉਹਨਾਂ ਦੇ ਮਨ ਅੰਦਰ ਸਬਰ ਤੇ ਸੰਤੋਖ ਆ ਜਾਂਦਾ ਹੈ। ਉਹਨਾਂ ਦਾ ਮਨ ਅੰਦਰ ਤ੍ਰਿਪਤ ਹੋ ਜਾਂਦਾ ਹੈ, ਜਿਹੜੇ ਗੁਰਬਾਣੀ ਦਾ ਰਸ ਪੀਂਦੇ ਨੇ। ਤੇ ਜਿਨ੍ਹਾਂ ਨੂੰ ਮਾਲਕ ਜੀ ਗੁਰੂ ਦੇ ਰਾਹੀਂ ਤਰੁੱਠ ਕੇ ਨਾਮ ਦਾ ਰਸ ਪਿਆਉਂਦੇ ਆ, ਉਹਨਾਂ ਦੇ ਮਨ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਫਿਰ ਉਹ ਸਬਰ ਤੇ ਸੰਤੋਖ ਵਾਲੇ ਸੰਤੁਸ਼ਟ ਹੋ ਕੇ ਪਰਮੇਸ਼ਵਰ ਦੇ ਨਾਮ ਦਾ ਰਸ ਦਿਨ ਰਾਤ ਮਾਣਦੇ ਨੇ। ਫਿਰ ਉਹਨਾਂ ਦਾ ਧਿਆਨ ਹੋਰ ਰਸ ਵਾਲੇ ਪਾਸੇ ਨੂੰ ਨਹੀਂ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਅੰਨ ਰਸ ਨੇ, ਇਹਨਾਂ ਨੇ ਸਾਨੂੰ ਕਦੇ ਤ੍ਰਿਪਤ ਨਾ ਕੀਤਾ ਤੇ ਨਾ ਕਰ ਸਕਦੇ ਆ। ਜਿਹੜਾ ਸਾਡੇ ਮਨ ਨੂੰ ਸੰਤੁਸ਼ਟ ਕਰ ਸਕਦਾ ਹੈ, ਉਹ ਕੇਵਲ ਤੇ ਕੇਵਲ ਰੱਬੀ ਬਾਣੀ ਤੇ ਇਹ ਪਵਿੱਤਰ ਨਾਮ ਦਾ ਰਸ ਹੈ। ਇਹਨੂੰ ਅਸੀਂ ਪੀਣ ਦਾ ਯਤਨ ਕਰੀਏ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੀਏ, ਆਪਣੇ ਹਉਮੈ ਹੰਕਾਰ ਦਾ ਤਿਆਗ ਕਰੀਏ ਤੇ ਆਪਣਾ ਆਪਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਮਰਪਣ ਕਰੀਏ, ਤਾਂ ਕਿ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰ ਪ੍ਰਸਾਦੀ ਸ਼ਬਦ ਸਾਲਾਹੀ, ਅਸੀਂ ਗੁਰੂ ਦੀ ਕਿਰਪਾ ਨਾਲ ਸ਼ਬਦ ਦੇ ਵਿੱਚੋਂ ਉਸ ਮਾਲਕ ਦੀ ਸਿਫਤ ਕਰ ਸਕੀਏ। ਫਿਰ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤਾਂ ਜਨਮਾਂ ਜਨਮਾਂ ਦੀ ਮਲ ਅੰਦਰੋਂ ਕੱਟੀ ਜਾਏਗੀ। ਇਸ ਲਈ ਸਤਿਗੁਰੂ ਜੀ ਅੱਗੇ ਭਾਵਨਾ ਸਹਿਤ ਬੇਨਤੀ ਕਰੀਏ ਕਿ ਸਤਿਗੁਰੂ, ਤੁਹਾਡੀ ਸ਼ਰਨ ਵਿੱਚ ਆਏ ਆ। ਇਹ ਸ਼ਬਦ ਜਿਹੜਾ ਅੰਮ੍ਰਿਤ ਰਸ ਨਾਲ ਭਰਪੂਰ ਹੈ, ਇਹ ਨਾਮ ਜਿਹੜਾ ਅੰਮ੍ਰਿਤ ਰਸ ਨਾਲ ਭਰਪੂਰ ਹੈ, ਇਹ ਸਾਡੇ ਹਿਰਦੇ ਵਿੱਚ ਵਸ ਜਾਏ। ਸਾਡੇ ਤੇ ਆਪਣੀ ਮਿਹਰਮਤ ਕਰੋ।
ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉਏ ਹੋ, ਨਾਨਕ ਚਾਉਏ ਹੋ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਅਰਦਾਸ ਕਰੀਏ, ਇਹ ਅੰਮ੍ਰਿਤ ਨਾਮ ਸਾਡੇ ਹਿਰਦੇ ਵਿੱਚ ਵਸ ਜਾਏ। ਅੰਮ੍ਰਿਤ ਨਾਮ ਦਾ ਰਸ ਪੀ ਕੇ ਸਾਡਾ ਮਨ ਤ੍ਰਿਪਤ ਹੋ ਜਾਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਗੁਰੂ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਤੇ ਬਾਣੀ ਦੇ ਰੰਗ ਦੇ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾ ਲੈਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।